हाँ जी, गुड इवनिंग जी, गुड इवनिंग साਰਿਆਂ ਨੂੰ। ਸ਼ਾਮ ਦੇ 5 ਵੱਜ ਚੁੱਕੇ ਨੇ ਔਰ ਡ੍ਰੀਮਸ ਇੰਸਟੀਚਿਊਟ ਦੇ ਆਫੀਸ਼ੀਅਲ ਜ਼ੂਮ ਪਲੇਟਫਾਰਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਬਿਲਕੁਲ ਸਹੀ ਦੇਖ ਰਹੇ ਹੋ ਸਾਰੇ ਜਣੇ। 10 ਮਿੰਟ ਵਿੱਚ ਦਿਲ ਥਾਮ ਕੇ ਟ੍ਰਿਗਨੋਮੈਟਰੀ ਨੂੰ ਸਿੱਖੋ ਤੇ ਇੱਕ ਨਵਾਂ ਅਨੁਭਵ ਲਓ ਕਿ ਅਸੀਂ ਇਸ ਤਰੀਕੇ ਦੇ ਨਾਲ ਵੀ ਟ੍ਰਿਗਨੋਮੈਟਰੀ ਨੂੰ ਹੈਂਡਲ ਕਰ ਸਕਦੇ ਹਾਂ। ਬਿਲਕੁਲ ਅੱਜ ਡੈਮੋ ਦੇ ਵਿੱਚ ਇਹ ਟੌਪਿਕ ਦੇਣ ਦੇ ਪਿੱਛੇ ਰੀਜ਼ਨ ਹੀ ਇਹ ਹੈ ਤੁਹਾਡਾ ਕਿ ਜਿਹੜੇ ਬੱਚੇ ਡਰਦੇ ਆ ਨਾ ਟ੍ਰਿਗਨੋਮੈਟਰੀ ਤੋਂ ਕਿ ਯਾਰ ਇਹ ਸਾਡੇ ਵੱਸ ਦੀ ਰੋਗ ਨਹੀਂਗਾ, ਅੱਜ ਉਸੇ ਹੀ ਵੱਸ ਦੇ ਰੋਗ ਨੂੰ ਅੱਜ ਆਪਣਾ ਹੱਥ ਵਿੱਚ ਲੈ ਲਾਂਗੇ, ਆਪਾਂ ਮੁੱਠੀ ਵਿੱਚ ਕਰ ਲਾਂਗੇ। ਚਲੋ ਜੀ, इजाजत है ਤੁਹਾਡੀ ਤਾਂ ਸਟਾर्ट करिए। बिल्कुल सोनिया, बिल्कुल बिल्कुल सोनू। हो एक्साइटेड, ठीक है। एक्साइटेड, वेरी गुड। चलो जी स्टार्ट करते हैं जी। सब तो फर्स्ट नंबर ਤੇ ਅਗਰ ਆਪਾਂ ਗੱਲ ਕਰੀਏ, ਧਿਆਨ ਨਾਲ ਇੱਕ ਗੱਲ ਸਭ ਨੇ ਧਿਆਨ ਰੱਖਣੀ ਹੈ, ਮਾਈਂਡ ਦੇ ਵਿੱਚੋਂ ਸਾਰੀਆਂ ਗੱਲਾਂ ਬਾਹਰ ਕੱਢ ਦਿਓ ਕਿ ਅਸੀਂ ਇਹ ਨਹੀਂ ਸਿੱਖ ਸਕਦੇ। ਅਸੀਂ ਸਿੱਖ ਸਕਦੇ ਹਾਂ, ਯੈਸ ਯੂ ਕੈਨ। ਔਰ ਤੁਸੀਂ ਤਾਂ ਸਿੱਖੋਗੇ ਜੇ ਤੁਸੀਂ 15 ਤੋਂ 20 ਮਿੰਟ ਮੇਰੇ ਨਾਲ ਸਲਾਈਡ ਟੂ ਸਲਾਈਡ ਚੱਲਦੇ ਜਾਓਗੇ। 20 ਮਿੰਟਾਂ ਬਾਅਦ ਤੁਹਾਡਾ ਉਸੇ ਟੌਪਿਕ ਦਾ ਟੈਸਟ ਹੋਏਗਾ ਨਾਲ ਦੀ ਨਾਲ ਹੀ ਡੈਮੋ ਦੇ ਵਿੱਚ, ਔਰ ਉਸ ਟੈਸਟ ਦੇ ਨਾਲ ਤੁਹਾਨੂੰ ਪਤਾ ਲੱਗ ਜਾਏਗਾ ਕਿ ਸਾਨੂੰ 10 ਮਿੰਟ ਦੇ ਵਿੱਚ ਇਹ ਟੌਪਿਕ ਬਿਲਕੁਲ ਕਵਰ ਹੋ ਚੁੱਕਿਆ ਹੈ। ਬਾਕੀ ਕਲਾਸ ਦੇ ਵਿੱਚ ਕਰਾਂਗੇ ਆਪਾਂ। ਯੈਸ, ਸਭ ਤੋਂ ਪਹਿਲੇ ਨੰਬਰ ਤੇ ਮੈਂ ਗੱਲ ਕਰਦਾ ਜੀ ਤੁਹਾਡੇ ਸਿਲੇਬਸ ਦੀ। ਇਹ ਤੁਹਾਡਾ ਸਿਲੇਬਸ ਹੈ ਜੀ ਮੈਥ ਦਾ। ਅਗਰ ਆਪਾਂ ਗੱਲ ਕਰਦੇ ਹਾਂ ਜੀ ਸਿਲੇਬਸ ਦੀ, ਤਾਂ ਫਸਟ ਆਫ ਆਲ ਦੇਖੋ 20 ਨੰਬਰ ਦਾ ਤੁਹਾਡੇ ਮੈਥਮੈਟਿਕਸ ਦਾ ਪਾਰਟ ਰਹੇਗਾ, ਜਿਹਦੇ ਵਿੱਚ ਸੰਖਿਆ ਪ੍ਰਣਾਲੀ, ਵਾਸਤਵਿਕ ਸੰਖਿਆਵਾਂ ਜਿਹਨੂੰ ਆਪਾਂ ਰੀਅਲ ਨੰਬਰ ਕਹਿ ਦਿੰਦੇ ਆ, ਸੰਖਿਆ ਪ੍ਰਣਾਲੀ ਦੇ ਵਿੱਚ ਤੁਹਾਡੇ ਨੰਬਰ ਸਿਸਟਮ ਦਾ ਪਾਰਟ ਆ ਜਾਂਦਾ ਹੈ। ਲਾਈਕ ਆਪਾਂ ਨੂੰ ਪੁੱਛ ਲੈਂਦਾ ਹੈ ਪ੍ਰਾਈਮ ਨੰਬਰ ਕੀ ਹੈ ਹਨਾ, ਉਸ ਤੋਂ ਬਾਅਦ ਪੁੱਛ ਲੈਂਦਾ ਹੈ ਆਪਣੇ ਰੇਸ਼ਨਲ ਨੰਬਰ, ਇਰੇਸ਼ਨਲ ਨੰਬਰ। ਇਹਨਾਂ ਦੇ ਬਾਰੇ ਜਿਹੜੀ ਚਰਚਾ ਆਪਾਂ ਪੀਐਸ ਸਟੈਟ ਚ ਕੀਤੀ ਸੀ ਉਹ ਇੱਥੇ ਪੁੱਛੇਗਾ। ਰੀਅਲ ਨੰਬਰਸ ਕਿਹੜੇ ਕਿਹੜੇ ਹੁੰਦੇ ਆ ਉਹਨਾਂ ਬਾਰੇ ਚਰਚਾ ਕਰਾਂਗੇ। ਪੋਲੀਨੋਮੀਅਲ, ਪੋਲੀਨੋਮੀਅਲਸ ਜਿਹਨੂੰ ਆਪਾਂ ਬਹੁਪਦ ਕਹਿ ਦਿੰਦੇ ਆ। ਵੋਲਿਊਮ ਨਹੀਂ ਆ ਰਹੀ ਹੈ ਸੋਨੂ ਜੀ ਨੂੰ, ਵੋਲਿਊਮ ਨਹੀਂ ਆ ਰਹੀ, ਇੱਕ ਵਾਰੀ ਪਲੀਜ਼ ਦੱਸਣਾ ਵੀ ਸਾਰੇ ਜਣੇ ਕਿ ਵੋਲਿਊਮ ਨਹੀਂ ਆ ਰਹੀ ਹੈ ਮੇਰੀ। ਅਗਰ ਸੋਨੂ ਜੀ ਤੁਹਾਨੂੰ ਵੋਲਿਊਮ ਨਹੀਂ ਆ ਰਹੀ ਹੈ ਤਾਂ ਤੁਸੀਂ ਪਲੀਜ਼ ਇੱਕ ਵਾਰੀ ਬੰਦ ਕਰਕੇ ਦੁਬਾਰਾ ਸਟਾਰਟ ਕਰ ਲਿਓ। ਓਕੇ ਸਹੀ ਹੈ। ਅੱਗੇ ਦੇਖੋ ਜੀ, ਫਿਰ ਉਸ ਤੋਂ ਬਾਅਦ ਵਿੱਚ ਕੁਆਡ੍ਰੇਟਿਕ ਇਕੁਏਸ਼ਨ ਜਿਹਨੂੰ ਆਪਾਂ ਕਹਿ ਦਿੰਦੇ ਆ ਲੀਨੀਅਰ ਇਕੁਏਸ਼ਨ ਹਨਾ। ਫਿਰ ਉਸ ਤੋਂ ਬਾਅਦ ਵਿੱਚ द्विघात ਆ ਗਈਆਂ। ਉਸ ਤੋਂ ਬਾਅਦ ਅੰਕ ਗਣਿਤੀय ਲੜੀਆਂ ਆ ਗਈਆਂ ਜਿਹਨੂੰ ਆਪਾਂ ਕਹਿ ਦਿੰਦੇ ਆ ਸੀਰੀਜ਼। ਬਿਲਕੁਲ। ਫਿਰ ਉਸ ਤੋਂ ਬਾਅਦ ਆਪਣੀ ਰੇਖਾਵਾਂ ਅਤੇ ਕੋਣ ਆ ਜਾਣਗੇ। ਫਿਰ ਉਸ ਤੋਂ ਬਾਅਦ ਵਿੱਚ ਤ੍ਰਿਭੁਜ, ਚਤੁਰਭੁਜ ਤੇ ਚੱਕਰ ਜਿਹਨੂੰ ਆਪਾਂ ਮੈਂਸੂਰੇਸ਼ਨ ਦਾ ਪਾਰਟ ਦੇ ਦਿੰਦੇ ਆ, ਉਹਨਾਂ ਦਾ ਏਰੀਆ ਦੇ ਬਾਰੇ ਗੱਲ ਕਰਾਂਗੇ। ਫਿਰ ਤੁਹਾਡੀ ਨਿਰਦੇਸ਼ਾਂਕ ਔਰ ਜਿਆਮਿਤੀ ਜਿਹਨੂੰ ਕਹਿ ਦਿੰਦੇ ਆ ਉਹ ਟੌਪਿਕ ਹੈ। त्रिकोणमिति। वीडियो पॉज हो रही है, मेरे हिसाब ਨਾਲ ਤਾਂ कोई प्रॉब्लम नहीं होनी चाहिए भी। ठीक है, जिन्हें दिक्कत है भी वो बंद करके दोबारा चला लो। आगे देखो जी रचनावां। फिर उस तो बाद रचनावां वाले टॉपिक पढ़ांगे ਆਪਾਂ। ਉਸ ਤੋਂ ਬਾਅਦ ਹੀਰੋ ਦਾ ਸੂਤਰ ਜਿਹੜਾ ਆਪਾਂ ਤ੍ਰਿਭੁਜ ਦੇ ਵਿੱਚ ਪੜ੍ਹਦੇ ਹੁੰਨੇ ਆ ਹਨਾ। ਉਸ ਤੋਂ ਬਾਅਦ ਵਿੱਚ ਖੇਤਰਫਲ ਔਰ ਆਇਤਨ ਹੋ ਗਏ, ਚੱਕਰ ਨਾਲ ਸੰਬੰਧਿਤ ਖੇਤਰਫਲ ਹੋ ਗਏ, ਆંકੜਾ ਵਿਗਿਆਨ ਹੋ ਗਿਆ, ਸੰਭਾਵਨਾ ਪ੍ਰੋਬੇਬਿਲਿਟੀ ਹੋ ਗਈ। ਇਹ ਤੁਹਾਡਾ ਸਿਲੇਬਸ ਹੈ। ਅਗਰ ਮੈਂ ਇਸ ਸਿਲੇਬਸ ਨੂੰ ਪੂਰਾ ਨਾ ਡਿਸਕ੍ਰਾਈਬ ਕਰਕੇ ਸਿਰਫ ਇੱਕ ਗੱਲ ਤੁਹਾਨੂੰ ਕਹਿ ਦਾਂ, ਇੱਕ ਗੱਲ ਤੁਹਾਨੂੰ ਇਹ ਕਹਿ ਦਾਂ ਕਿ 12 + 8 ਆਏਗਾ ਜੀ ਤੁਹਾਡੇ ਸਿਲੇਬਸ ਦੇ ਵਿੱਚ। ਇਹ 12 + 8 ਦਾ ਮਤਲਬ ਕੀ ਹੈ? 12 ਨੰਬਰ ਦਾ ਟੌਪਿਕ ਤੁਹਾਡਾ ਆਏਗਾ 4 ਟੌਪਿਕਾਂ ਦੇ ਵਿੱਚੋਂ, ਔਰ ਬਾਕੀ ਜਿਹੜੇ ਟੌਪਿਕ ਹੈ ਉਹਨਾਂ ਵਿੱਚੋਂ ਕਿੰਨੇ ਨੰਬਰ ਦਾ ਆਏਗਾ? 8 ਨੰਬਰ ਦਾ। ਉਹ 4 ਟੌਪਿਕ ਕਿਹੜੇ ਕਿਹੜੇ? ਅਗਰ ਆਪਾਂ ਗੱਲ ਕਰੀਏ ਤ੍ਰਿਕੋਣਮਿਤੀ ਅਤੇ ਇਸ ਦੇ ਉਪਯੋਗ ਪਹਿਲੇ ਨੰਬਰ ਤੇ। ਉਸ ਤੋਂ ਬਾਅਦ ਵਿੱਚ ਅਗਰ ਆਪਾਂ ਗੱਲ ਕਰੀਏ ਤ੍ਰਿਭੁਜ, ਚਤੁਰਭੁਜ ਅਤੇ ਚੱਕਰ, ਚਤੁਰਭੁਜਾਂ ਅਤੇ ਤ੍ਰਿਭੁਜਾਂ ਦੇ ਖੇਤਰਫਲ, ਸਤਹੀ ਖੇਤਰਫਲ ਅਤੇ ਆਇਤਨ, ਚੱਕਰ ਨਾਲ ਸੰਬੰਧਿਤ ਖੇਤਰਫਲ, ਇਹ ਸਾਰੇ ਟੌਪਿਕ। ਉਸ ਤੋਂ ਬਾਅਦ ਵਿੱਚ ਅਗਰ ਗੱਲ ਕਰੀਏ ਇਹਦੇ ਵਿੱਚ ਇੱਕ ਆਪਾਂ ਹੋਰ ਜੋੜ ਦਿੰਨੇ ਆ ਜਿਓਮੈਟਰੀ, ਰੇਖਾਵਾਂ ਅਤੇ ਕੋਣ। ਠੀਕ ਹੈ ਜੀ। ਇਹਨਾਂ ਸਾਰਿਆਂ ਦੇ ਵਿੱਚ ਮਿਲਾ ਕੇ ਟੋਟਲ ਕੁਐਸਚਨ ਕਿੰਨੇ ਨੰਬਰ ਦਾ ਬਣੇਗਾ? 12 ਨੰਬਰ ਦਾ ਬਣੇਗਾ। ਬਾਕੀ ਜਿਹੜੇ ਟੌਪਿਕ ਤੁਹਾਡੇ ਬਣਦੇ ਆ ਜੀ ਉਹ ਸਾਰਿਆਂ ਦੇ ਵਿੱਚੋਂ ਕਿੰਨੇ ਕਿੰਨੇ ਨੰਬਰ ਦਾ ਬਣੇਗਾ? 8 ਨੰਬਰ ਦਾ ਬਣੇਗਾ। ਠੀਕ ਹੈ ਜੀ। ਤਾਂ ਟੋਟਲ ਮਿਲਾ ਕੇ 20 ਨੰਬਰ ਦਾ ਪਾਰਟ ਸਾਡਾ ਰਹੇਗਾ।
इज दैट क्लीयर? 20 नंबर का पार्ट साडा रहेगा टोटल। इथों तक सारिਆਂ ਨੂੰ समझ आ गई भी साडा ਜਿਹੜਾ पैटर्न है एग्जाम ਦੇ ਵਿੱਚ ਉਹ 12 + 8 ਦੇ ਰੇਸ਼ੋ ਦੇ ਵਿੱਚ ਆਏਗਾ। यानी 12 नंबर का पार्ट साडे 4 टॉपिकां ਦੇ ਵਿੱਚੋਂ है और बाकी ਜਿਹੜਾ पार्ट है सारा साडा ਕਿਹੜੇ ਵਿੱਚੋਂ है ਉਹ ਸਾਡੇ 1-1 नंबर ਦੇ ਵਿੱਚ है। क्लीयर है? ओके, बिल्कुल क्लीयर है। हुण आपां चलदे हां जी, ਜਿਹੜੇ ਡੈਮੋ ਵਾਸਤੇ ਆਪਾਂ ਬੈਠੇ ਆ। चलो सब तो पहले नंबर ते ਜਿਹੜੀ ਆਪਾਂ ਅੱਜ ट्रिग्नोमैट्री ਦੀ ਗੱਲ ਕਰਾਂਗੇ। ट्रिग्नोमैट्री ਦੇ ਵਿੱਚ कुछ बच्चों के मन ਦੇ ਵਿੱਚ एक जिज्ञासा रहती है कि सर साइन, कोस, टेन, कोट, सैक और कोसैक ये साडे कोलों पास नहीं हो सकते, ये साडे कोलों क्लीयर नहीं होंगे। बट मैं एक वादा करदा वां कि ट्रिग्नोमैट्री जिदन खत्म होएगी तुसीं आप कहोगे कि सर 5 नंबर साडे पक्के है। बट वो 5 नंबर पक्कियां वास्ते तुहानूं कुछ मेहनत करनी पएगी, कुछ चीज़ां नूं सीखना पएगा। तो सब तो पहला आप एक बेसिक जी नॉलेज लेने कि ट्रिग्नोमैट्री का मतलब की है, कि ट्रिग्नोमैट्री है की। ठीक है ना? ट्रिग्नोमैट्री का मतलब है जी ट्रिगो, ट्रिगो मतलब त्री, ज्योमैट्री, यानी ਇਹਦੇ ਵਿੱਚ ਕੀ आ गया, 3 ਜਿਹੜੀਆਂ ਸਾਈਡਸ ਹੁੰਦੀਆਂ ਨੇ ਉਹਦੇ ਵਿੱਚ ਕੋਈ ਨਾ ਕੋਈ ਇੱਕ ਰਿਲੇਸ਼ਨ ਦਿੱਤਾ ਹੋਏਗਾ। ਉਹ ਰਿਲੇਸ਼ਨ ਸਾਡਾ ਕੀ ਕਹਿਲਾਉਂਦਾ ਹੈ? ਤ੍ਰਿਕੋਣਮਿਤੀ, ਜਿਹਨੂੰ ਆਪਾਂ ਟ੍ਰਿਗੋਨੋਮੈਟਰੀ ਕਹਿ ਦਿੰਦੇ ਆ। ਲਾਈਕ ਸਭ ਨੂੰ ਪਤਾ ਹੋਏਗਾ ਇੱਕ 90 ਡਿਗਰੀ ਦਾ ਕੋਣ ਬਣਦਾ ਹੁੰਦਾ ਹੈ ਇੱਕ ਤ੍ਰਿਭੁਜ ਦੇ ਵਿੱਚ। ਕਿਹੜਾ ਕੋਣ ਹੁੰਦਾ ਹੈ? ਉਸ ਕੋਣ ਦਾ ਨਾਮ ਫਟਾਫਟ ਦੱਸਿਓ ਮੈਨੂੰ। ਜਿਹਦੇ ਵਿੱਚ 90 ਡਿਗਰੀ ਦਾ ਕੋਣ ਬਣਦਾ ਹੈ ਉਸ ਕੋਣ ਦਾ ਨਾਮ ਕੀ ਹੁੰਦਾ ਹੈ? ਉਸ ਤ੍ਰਿਭੁਜ ਦਾ ਨਾਮ ਕੀ ਹੁੰਦਾ ਹੈ? ਸਮਕੋਣ। ਬਿਲਕੁਲ, ਹਿੰਦੀ ਦੇ ਵਿੱਚ ਸਮਕੋਣ ਹੀ ਕਹਿੰਦੇ ਹੈ ਜੀ। ਇੰਗਲਿਸ਼ ਦੇ ਵਿੱਚ ਰਾਈਟ ਐਂਗਲ ਟ੍ਰਾਇੰਗਲ ਕਹਿ ਦਿੰਦੇ ਆ। ਕਿਹੜਾ ਟ੍ਰਾਇੰਗਲ ਕਹਿ ਦਿੰਦੇ ਆ? ਰਾਈਟ ਐਂਗਲ। ਇਹ ਤੁਹਾਡਾ ਰਾਈਟ ਐਂਗਲ ਹੈ। ਬਿਲकुल ਸਹੀ ਗੱਲ ਹੈ ਜੀ। ਤਾਂ ਪੂਰੇ ਦਾ ਪੂਰਾ ਟੌਪਿਕ ਕੇਸ ਤੇ ਡਿਪੈਂਡ ਕਰਦਾ ਹੈ, ट्रिग्नोमैट्री ਦਾ ਰਾਈਟ ਐਂਗਲ ਤੇ ਡਿਪੈਂਡ ਕਰਦਾ ਹੈ, ਇਸ कोण ते डिपेंड करता है, इस त्रिभुज ते डिपेंड करता है। ट्रिग्नोमेट्री 3 कोणों का समूह, 3 कोणों का संबंध क्या कहलाता है? ट्रिग्नोमेट्री कहलाता है, त्रिकोणमिति कहलाता है। हुण इस 3 कोणा वाले दे विच अगर आपां गल करिए, सब तो मेन अगर गल करिए तां आ तुहाडे 3 कोण है जिहदे बारे मैं तुहानूं दस रहा वां। बड़े ध्यान नाल सीखना क्योंकि क्वेश्चन इत्थों ही बनदा हुंदा है। आ तुहाडे सामने मैं एक ट्रायंगल बनाया और तुहानू सारिਆਂ ਨੂੰ पता है कि इस ट्रायंगल दे विच आ वाला जिहड़ा कोण हुंदा है इनू किहड़ा कोण कहने आपां? 90 डिग्री कहने और ये फिक्स 90 डिग्री का कोण हुंदा है। और आ वाले जिहड़े 2 कोण हुंदे है इन्हां 2 कोणां नू आपां की कहने आ? थीटा कहने आ। की कहने आ? थीटा कहने आ। वो आपां नू ABC भी दे सकदा है, वो आपां नू कुछ भी कह सकदा है XYZ, पर आपां इनू थीटा कहने आ। और तुहानू सब नू पता होएगा कि इस चीज नू की किया जाता है ट्रायंगल दे विच? बेस यानी आधार। की किया जाता है जी? आधार। इनू किया जाता है लंब यानी परपेंडिकुलर। की किया जाता है? परपेंडिकुलर। और इनू की किया जाता है? इनू किया जाता है हाइपो। हाइपो मतलब इत्थे आपां कह दिंदे आ कर्ण। ठीक है जी। आ 3 जिहड़ियां गल्लां वा ये बहुत इंपॉर्टेंट है। क्यों इंपॉर्टेंट है? वो इस करके इंपॉर्टेंट है कि आपां ये तां कह दिता कि आ बेस है, आ परपेंडिकुलर है, आ हाइपो है, लेकिन एक गल सारिਆਂ ने याद रखनी है, आ जिहड़ा बेस है और आ जिहड़ा परपेंडिकुलर है ये किसी दे नहीं हुंदे। यानी आ किसी दे ना होने का रीजन यह है कि अगर इत्थे बेस है तो इत्थे परपेंडिकुलर होएगा, लेकिन अगर तुसी इनू बेस कह रहे हो तो फिर आ की हो जाएगा? परपेंडिकुलर हो जाएगा। लेकिन करण कहता है कि मैं आपदी जिहड़ी लाइन है उन्होंने कभी भी बदल दूंगा नहीं। यानी करण की कहता है कि जिथे बैठा मैं उत्थे ही रहूंगा। यानी हाइपो कभी नहीं बदल सकता, लेकिन परपेंडिकुलर और बेस हमेशा की होंदे है? चेंज हो सकते हैं। वाई? क्यों? क्यों का मतलब यह है, ध्यान नाल वेखियो। आ मैं एक कोण बनाया, इनू मैं क्या 90 डिग्री, आ मैं क्या जी थीटा मान लिया। मैं हुण मैं अगर आ वाला थीटा दिता है तो इस थीटा दे सामने इत्थे थीटा कोई भी हो सकता है। बस एक गल याद रखियो, इन्हां दोनों थीटा का जिहड़ा जोड़ हुंदा है, इन्हां दोनों थीटा का जिहड़ा जोड़ हुंदा है वो किन्ने डिग्री हुंदा है?
90 डिग्री। क्यों? क्योंकि जो सानू पता है त्रिभुज के तिना कोणा का जिहड़ा टोटल होंदा है त्रिभुज के, वो तिना कोणा का टोटल कितना होंदा है? 180 डिग्री होंदा है तिना कोणा का योग। अगर तिना कोणा का योग 180 डिग्री होंदा है तो उस 180 डिग्री दे विचों अगर आ 90 डिग्री है तो आ दोनों कोण की होए? 180 डिग्री दे होए, पर टोटल दे विच, पर टोटल दे विच। इस करके याद रखियो थीटा प्लस थीटा अपने कोले कितना होएगा? 90। यस या नो? क्योंकि 90 आ है तो आ भी कितना होएगा? 90 बनेगा, ताही 180 बनेगा। तो इस करके ये दोनों थीटा 90 के बराबर होंगे। हुण मान लो कि एग्जामिनर तुहानू कहता है कि मैनू आ थीटा के बारे दसना है, तो जो तुहानू इस थीटा बारे पूछेगा ना, तो इस थीटा के सामने हमेशा याद रखना है कि इनू लंब कहते हैं। की कहते हैं? लंब कहते हैं, याद रखना, परपेंडिकुलर। और आ की हो जाएगा फिर? आ हो जाएगा जी बेस। लेकिन अगर आप गल करिए इनू मिटो देने, आ लो मिटोता जी। हुण मैं तुहानू फिर एक गल कहां कि मैनू एग्जामिनर की पूछ रहा है, मैनू एग्जामिनर कहता है कि मैं इस थीटा के बारे पूछना चाहना, तो तुहानू सबनू पता लग गया होगा कि अगर मैं इस थीटा के बारे कह रहा तो इस थीटा के सामने आ की होएगा? लंब हो जाएगा, यानी परपेंडिकुलर हो जाएगा। यानी सानू एक शर्त याद रखनी है कि थीटा के सामने हमेशा की होंदा है? परपेंडिकुलर होंदा है। ठीक है जी, थीटा के सामने हमेशा की होंदा है? परपेंडिकुलर होंदा है। अगर इस थीटा की गल करेगा तो आ परपेंडिकुलर है, और अगर इस थीटा की गल करेगा तो आ की है? परपेंडिकुलर है। और आ की है अपना आधार। ठीक है जी, आई होप सो इन्नी गल भी समझ आई होगी सारिਆਂ ਨੂੰ कि बेस की होंदा है, परपेंडिकुलर की होंदा है, और करण की होंदा है, यानी हाइपो की होंदी है। एक बारी फटाफट दस दो सारे जने, ये किवें पता लगेगा? अमन जी अगे पता लगेगा, टेंशन ना लो। हजे इन्ना ही सीखना है कि थीटा के सामने हमेशा लंब होंदा है। ये किवें पता लगेगा कि सानू किहड़ा कढना है, वो क्वेश्चन दे विच पता लगेगा। इज दैट क्लीयर? ठीक है जी, चलो जी। तो पहली गल एक सिंपल जी दसी मैं तुहानू, बेस, परपेंडिकुलर और हाइपो दे बारे। ठीक है जी, हुण इनू मिटो दिन्ने आपां, मिटो दिता। हुण ध्यान नाल देखियो, रिपीट वास्ते ना कहो पूजा जी, ये वीडियो तुहानू नाल दी नाल ही मिल जाएगी। रिपीट वास्ते ना कहो, क्योंकि रिपीट करने का मतलब ये नहीं है भी आप सारा कुछ रिपीट करांगे, बट तुहाडे वास्ते मैं अगे रिपीट जरूर कर दूंगा जो क्वेश्चन शुरू करूंगा। हुण आपां नू पता लग गया कि बेस की होंदा है, परपेंडिकुलर की होंदा है, और हाइपो की होंदी है। हुण मैं तुहानू एक छोटा जिहा गल दसूंगा, आ जिहड़ा हाइपो होंदा है ना, यानी जिन्हों आपां करण कहने आ, एक करण हमेशा वड्डा होंदा है किहदे तों? बेस तो। ये गल याद रखनी सारे ने, जिहड़ा तुहाडा करण होंदा है वो बेस तो हमेशा की होएगा? वड्डा होएगा। एक गल होर याद रखियो, जिहड़ा तुहाडा करण होंदा है वो परपेंडिकुलर तो भी की होएगा? वड्डा होएगा। आ वाली चीज जिहड़ी मैं हुणे बनाई सी, इनू कहंदे ने बेस, इनू कहंदे ने परपेंडिकुलर, और इनू कहंदे ने हाइपो, यानी करण। तो करण जिहड़ा होंदा है वो बेस तो भी वड्डा होंदा है ते परपेंडिकुलर तो भी वड्डा होंदा है। हुण तुसीं कहोगे कि सर किवें? देखो मैं तुहानू एक सिंपल जी गल कहना कि मेरे कोले ना आ हैगा वा 6, आ हैगा वा 8, कह जी आ वाला कड्डो पहला तो आपां नू सब नू पता होएगा कि एक ट्रिपलेट है, जिहदे विच सब नू पता होएगा आ चीज भी कि करण स्केयर इज इक्वल टू आधार स्केयर प्लस की हुंदा है? लंब स्केयर हुंदा है ना, कि करण स्केयर जिहड़ा हुंदा है वो आधार स्केयर प्लस की हुंदा है? लंब स्केयर हुंदा है। तो आपां नू पता है कि अपना आधार कितना है? 6, तो 6 दी स्केयर। अपना लंब कितना है? 8, तो 8 दी स्केयर। हुण आपां नू ये भी पता लग गया कि 8 दी स्केयर 64, 6 दी स्केयर 36, दोनों का जोड़ करांगे तो की बनेगा? 100। और अपने कोले इत्थे करण दी स्केयर पई है, जदों स्केयर हटदी है इहदे उत्ते की लगदा है? रूट लगदा है। तो करण का मान की आ गया? 10 आ गया। बड़े ही सियाणे बच्चे हो तुसीं सारे जने। करण का मान की आ गया? 10 आ गया। आ लो जी, हुण तुसीं आप नॉलेज लो, आ जिहड़ा 10 है ये 6 तो भी वड्डा है, आ जिहड़ा 10 है ये 8 तो भी वड्डा है। तो की सिੱਖਿਆ आपां कि जिहड़ा करण हुंदा है वो बेस तो भी वड्डा हुंदा है, जिहड़ा करण हुंदा है वो परपेंडिकुलर तो भी वड्डा हुंदा है। लेकिन बट लेकिन की है कि जिहड़ा हाइपो हुंदा है, जिहड़ा करण हुंदा है
ਉਹ ਛੋਟਾ ਵੀ ਹੋ ਸਕਦਾ ਹੈ, ਪਰ ਉਹ ਛੋਟਾ ਕਿਹਦੇ ਤੋਂ ਹੋਏਗਾ? ਅਗਰ ਅਸੀਂ ਬੇਸ ਔਰ ਪਰਪੈਂਡੀਕੂਲਰ ਨੂੰ ਜੋੜ ਦਈਏ, ਅਗਰ ਅਸੀਂ ਬੇਸ ਔਰ ਪਰਪੈਂਡੀਕੂਲਰ ਨੂੰ ਜੋੜ ਦਈਏ, ਯਾਨੀ ਆਧਾਰ ਔਰ ਲੰਬ ਨੂੰ ਅਗਰ ਅਸੀਂ ਜੋੜ ਦਈਏ ਤਾਂ ਸਾਨੂੰ ਕੀ ਮਿਲੇਗਾ? ਹਾਈਪੋ ਛੋਟਾ ਮਿਲ ਜਾਏਗਾ। ਆ ਦੇਖੋ 8 ਤੇ 6 ਕਿੰਨੇ ਹੁੰਦੇ ਹੈ? 14। इधर 14 आ गया और साडा हाइपो कितना है? 10। दसो जी इन्नी चीज भी समझ आई कि नहीं आई सारिਆਂ ਨੂੰ? फटाफट दस दो। ये बेस है, हजे मैं कोई ट्रिग्नोमेट्री शुरू नहीं की, हजे मैं कोई भी ट्रिग्नोमेट्री शुरू नहीं की, हजे मैं सिर्फ ਤੁਹਾਨੂੰ ਇੱਕ ਤੁਹਾਡੇ 10ਵੀਂ ਲੈਵਲ ਦਾ ਬੇਸ ਦੱਸਿਆ ਵੀ ਤੁਸੀਂ ਆਹ ਚੀਜ਼ ਪੜ੍ਹੀ ਹੋਈ ਹੈ ਆਪਦੇ ਘਰੇ ਬਹਿ ਕੇ ਸਕੂਲਾਂ ਦੇ ਵਿੱਚ, ਕਿਉਂਕਿ ਬੱਚੇ ਹੌਲੀ ਹੌਲੀ ਵੱਧ ਰਹੇ ਹੈ ਤਾਂ ਇਸ ਕਰਕੇ ਮੈਂ ਬੇਸ ਦੱਸ ਰਿਹਾ ਪਹਿਲਾਂ, ਕਿਉਂਕਿ ਟੌਪਿਕ ਦੇ ਵਿੱਚ ਆਪਾਂ डायरेक्ट करांगे हर चीज। चलो जी ये चीज सारिਆਂ ਨੂੰ समझ आ गई। एक बारी फटाफट रिपीट कर देने आ। ਮੈਨੂੰ ਸਾਰੇ ਜਣੇ ਦੱਸੋ थीटा ਦੇ ਸਾਹਮਣੇ ਹਮੇਸ਼ਾ ਕੀ ਹੁੰਦਾ ਹੈ? ਪਹਿਲਾ क्वेश्चन, थीटा ਦੇ ਸਾਹਮਣੇ ਕੀ ਹੁੰਦਾ ਹੈ? लंब। वेरी गुड। थीटा ਦੇ ਸਾਹਮਣੇ ਹਮੇਸ਼ਾ परपेंडिकुलर ਹੁੰਦਾ ਹੈ। परपेंडिकुलर बिल्कुल सही गल है। दूजा क्वेश्चन ਮੈਨੂੰ ਇਹ ਦੱਸੋ कि ਜਿਹੜੀ ਹਾਈਪੋ ਹੁੰਦੀ ਹੈ ਉਹ ਛੋਟੀ ਕਦੋਂ ਹੁੰਦੀ ਹੈ? ਹਾਈਪੋ ਛੋਟੀ ਕਦੋਂ ਹੋ ਸਕਦੀ ਹੈ? ਹਾਈਪੋ ਛੋਟੀ ਕਦੋਂ ਹੋ ਸਕਦੀ ਹੈ? ਯੈਸ, ਅਗਰ ਬੇਸ ਔਰ ਪਰਪੈਂਡੀਕੂਲਰ ਨੂੰ ਜੋੜ ਦਿੱਤਾ ਜਾਵੇ ਤਾਂ ਹਾਈਪੋ ਕੀ ਹੋ ਸਕਦੀ ਹੈ? ਛੋਟੀ ਹੋ ਸਕਦੀ ਹੈ। ਬਸ ਹਜੇ ਮੈਂ ਦੋ ਹੀ ਕੁਐਸਚਨ ਦੱਸੇ ਆ। ਚਲੋ ਜੀ ਹੁਣ ਤੁਹਾਨੂੰ ਇਹ ਗੱਲ ਤਾਂ ਪਤਾ ਲੱਗ ਗਈ ਕਿ ਸਰ ਟ੍ਰਿਗਨੋਮੈਟਰੀ ਕਰਾਉਣ ਜਾ ਰਹੇ ਆ, ਔਰ ਟ੍ਰਿਗਨੋਮੈਟਰੀ ਦੇ ਵਿੱਚ ਕਿਹਦਾ ਰੋਲ ਹੈ? ਪੂਰੇ ਦੇ ਪੂਰੇ ਟ੍ਰਾਇੰਗਲ ਦਾ ਰੋਲ ਹੈ, ਪੂਰੇ ਦੇ ਪੂਰੇ ਤ੍ਰਿਭੁਜ ਦਾ ਰੋਲ ਹੈ। ਧਿਆਨ ਰੱਖਿਓ। ਤਾਂ ਸਭ ਤੋਂ ਪਹਿਲਾਂ ਦੇਖੋ ਧਿਆਨ ਨਾਲ, ਤੁਹਾਨੂੰ ਪੂਰੇ ਟ੍ਰਿਗਨੋਮੈਟਰੀ ਦੇ ਵਿੱਚ ਇਹੋ ਜਿਹੇ ਆਪਸ਼ਨ ਜ਼ਰੂਰ ਦਿਖਣਗੇ ਇੱਕੋ ਜਿਹੇ। ਤੁਹਾਨੂੰ ਐਵੇਂ ਲੱਗੇਗਾ ਕਿ ਮੇਰਾ ਆ ਵੀ ਆਨਸਰ ਹੈ, ਮੇਰਾ ਆ ਵੀ ਆਨਸਰ ਹੈ, ਮੇਰਾ ਆ ਵੀ ਆਨਸਰ ਹੈ, ਮੇਰਾ ਆ ਵੀ ਆਨਸਰ ਹੈ। ਸਮਝੇ? ਤੁਸੀਂ ਘਬਰਾਉਣਾ ਨਹੀਂ, ਜਿਹੜੀ ਗੱਲ ਮੈਂ ਦੱਸੂਗਾ ਤੁਸੀਂ ਉਹਦੇ ਅਕੋਰਡਿੰਗ ਹੀ ਚੱਲਣਾ ਹੈ ਪੇਪਰ ਦੇ ਵਿੱਚ। ਠੀਕ ਹੈ ਜੀ, ਐਦਾਂ ਹੀ ਹੁੰਦਾ ਮੈਨੂੰ ਪਤਾ ਹੈ ਟ੍ਰਿਗਨੋਮੈਟਰੀ ਦੇ ਵਿੱਚ। ਤਾਂ ਤੁਸੀਂ ਸਾਰਿਆਂ ਨੇ ਮੇਰੀ ਗੱਲ ਨੂੰ ਬੜੇ ਧਿਆਨ ਨਾਲ 15 ਮਿੰਟ ਤੱਕ, ਬਸ ਓਨਲੀ ਫॉर 15 ਮਿੰਟ, ਆ 15 ਮਿੰਟ ਮੇਰੇ, ਅਗਲੇ 45 ਮਿੰਟ ਤੁਹਾਡੇ, ਔਰ ਆ 15 ਮਿੰਟ ਮੇਰੇ ਵੱਲੋਂ 100% ਹੋਏਗਾ। ਤੁਸੀਂ ਆਪਦਾ 100% ਇੱਥੇ ਦਿਖਾਉਣਾ ਹੈ ਕੁਐਸਚਨਾਂ ਦੇ ਵਿੱਚ। ਔਰ ਅੱਜ वादा करके जाना, जरा टॉपिक दस के जाऊंगा, क्वेश्चन करके देख लियो करे, एक एक क्वेश्चन विदाउट पेन पेंसिल उत्तर दूंगे। चलो सब तो पहले नंबर ते आउंदी है जी साडी ट्रिग्नोमैट्री दे बारे भी। ट्रिग्नोमैट्री चीज की है, डरदे क्यों आ सी? तो ट्रिग्नोमैट्री का मतलब तुहानू सब नू पता लग गया कि त्रिकोणमिति होंदी है, और ये दो प्रकार दी होंदी है। एक तो होंदी है सिंपल ट्रिग्नोमैट्री, जिन्हों आपां कह दिंदे आ सरल ट्रिग्नोमैट्री। दूजे नंबर ते होंदी है एडवांस ट्रिग्नोमैट्री। दो प्रकार दी होंदी है ट्रिग्नोमैट्री, एक सिंपल ट्रिग्नोमैट्री, दूजी एडवांस ट्रिग्नोमैट्री। जेड़ी सिंपल ट्रिग्नोमैट्री है तुहाडे पेपर दे विच 5 प्रकार दी दे सकदा है एग्जामिनर। पहला प्रकार केड़ा है? ट्रिग्नोमैट्रिक रेशो। अगर मैं ट्रिग्नोमैट्रिक रेशो दी गल करां तो सारे बच्चों नू पता होएगा आ वाली गल, साइन, कोस, टेन, कोट, सैक, कोसैक, आ सब नू पता होएगा। आ जेडे 6 नियम है, ये 6 नियमां दा नाम ही की है? ट्रिग्नोमैट्रिक रेशो है। बट आपां इहदा यूज ही नहीं करांगे, समझ गए? पर दसना जरूरी है कि ट्रिग्नोमैट्रिक रेशो किन्ने प्रकार दी हो गए? 6 प्रकार दे हो गए। साइन, कोस, टेन, कोट, सैक, कोसैक, यानी आ 6 एवें दे एवें याद रखने कंटिन्यू। फटाफट पीछे पीछे बोल दो मेरे। साइन, कोस, टेन, कोट, सैक और कोसैक, ये तुहाडा ट्रिग्नोमैट्रिक रेशो हो गया। फिर आउंदा है जी ट्रिग्नोमैट्रिक रिलेशन। क्या जी रिलेशन की हुंदा है? तां रिलेशन का मतलब ये हुंदा है कि साइन दा कोस दे नाल कोई ना कोई रिलेशन हुंदा है। ठीक है, साइन दा टेन दे नाल कोई ना कोई रिलेशन हुंदा है। इस तरीके नाल साइन दा कोसैक दे नाल कोई ना कोई रिलेशन हुंदा है। कोट दा टेन दे नाल कोई ना कोई रिलेशन, यानी इन्हां दे विआह कराउणे आपां, कहण दा मतलब ये है। समझ गए? तो ट्रिग्नोमैट्रिक रिलेशन आप इत्थे करावांगे। यानी सब तो पहला आप विचोला लभांगे, साइन, कोस, टेन, कोट, सैक, कोसैक। जो विचोला लभ जाएगा फिर उन्हां दा करावांगे की? विआह आपस दे विच। जो विआह हो जाएगा तो उस तो बाद की बनेगी? सारनियां बननगियां। बाजारों आ समान लेके आना है, बाजारों आ लेके आना है जी, इत्थों आ लेके आना है। तो ट्रिग्नोमैट्रिक टेबल पढ़ांगे आपां। ट्रिग्नोमैट्रिक टेबल 0 डिग्री, 30 डिग्री, 45 डिग्री, 60 डिग्री, 90 डिग्री, आ तुहाडी ट्रिग्नोमैट्रिक सारनी आएगी, ये भी पढ़ांगे। फिर
ट्रिग्नोमैट्रिक आइडेंटिटीज पता करांगे आपां कि आइडेंटिटीज ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ, ਪਛਾਣਾਂ ਕੀ ਹੈ ਟ੍ਰਿਗਨੋਮੈਟਰੀ ਦੀਆਂ, ਔਰ ਫਿਰ ਲਾਸਟ ਵਿੱਚ ਆਪਾਂ ਪੜਾਂਗੇ ਟ੍ਰਿਗਨੋਮੈਟਰਿਕ ਦੇ ਫੰਕਸ਼ਨ ਕਿ ਇਹਨਾਂ ਦੇ ਵਿੱਚ ਫੰਕਸ਼ਨ ਕੀ ਹੈ, ਕੌਣ-ਕੌਣ ਆਉਂਦਾ ਹੈ, ਕੌਣ ਮੈਕਸਿਮਮ ਹੈ, ਕੌਣ ਮਿਨੀਮਮ ਹੈ। ਤਾਂ ਆ ਸਾਰੀਆਂ ਗੱਲਾਂ ਜਿਹੜੀਆਂ ਹੋਣਗੀਆਂ ਇਹ ਸਿੰਪਲ ਟ੍ਰਿਗਨੋਮੈਟਰੀ ਦੇ ਵਿੱਚ ਆਪਾਂ ਸਿੱਖਾਂਗੇ ਜਦੋਂ ਟੌਪਿਕ ਸ਼ੁਰੂ ਕਰਾਂਗੇ। ਲੇਕਿਨ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਸ ਟੌਪਿਕ ਦਾ ਨਾਮ ਹੈ ਐਡਵਾਂਸ ਟ੍ਰਿਗਨੋਮੈਟਰੀ, ਯਾਨੀ ਭਿੜਦੇ ਹੀ ਤੁਹਾਨੂੰ ਸਿੰਪਲ ਵੀ ਨਹੀਂ ਕਰਾਉਣੀ ਮੈਂ ਕਰਾਉਣੀ ਵੀ ਕਿਹੜੀ ਹੈ, ਐਡਵਾਂਸ ਟ੍ਰਿਗਨੋਮੈਟਰੀ। एडवांस ट्रिग्नोमेट्री की चीज है ये भी साइन कोस 10 ਤੇ डिपेंड, लेकिन ਆਪਾਂ नहीं ਲਾਵਾਂਗੇ, ਆਪਾਂ विदाउट साइन कोस 10 पूरे ਦਾ पूरा टॉपिक कर ਲਾਂਗੇ ਆ ਵਾਲਾ। पर इस टॉपिक ਨੂੰ ਕਰਨ ਵਾਸਤੇ ਕਰਨਾ ਕੀ ਹੈ, ਧਿਆਨ ਨਾਲ ਹਰ ਚੀਜ਼ਾਂ ਨੂੰ ਸਮਝਣਾ ਜ਼ਰੂਰੀ ਹੈ ਜਿਹੜੀ ਮੈਂ ਦੱਸੂਗਾ। ਆ ਦੇਖੋ ਐਡਵਾਂਸ ਟ੍ਰਿਗਨੋਮੈਟਰੀ ਦੇ ਵਿੱਚ ਕੋਈ ਬੰਦਾ ਖੜਾ ਹੋਏਗਾ, ਉਹ ਬੰਦਾ ਉੱਪਰ ਵੀ ਦੇਖਦਾ ਹੈ ਤੇ ਉਹ ਬੰਦਾ ਨੀਚੇ ਵੀ ਦੇਖ ਸਕਦਾ ਹੈ। ਜਦੋਂ ਉਹ ਬੰਦਾ ਉੱਪਰ ਦੇਖਦਾ ਹੈ ਤਾਂ ਨੈਚੁਰਲ ਜੀ ਗੱਲ ਹੈ ਉਸ ਧਰਤੀ ਦੇ ਵਿੱਚ ਔਰ ਉਸ ਬੰਦੇ ਨੂੰ ਜਿੱਧਰ ਨੂੰ ਦੇਖ ਰਿਹਾ ਹੈ ਉਹਦੇ ਵਿੱਚ ਕੋਈ ਨਾ ਕੋਈ ਕੋਣ ਤਾਂ ਬਣ ਰਿਹਾ ਹੋਏਗਾ, ਤਾਂ ਉਸ ਕੋਣ ਦਾ ਜਿਹੜਾ ਮਾਨ ਹੈ ਉਹਨੂੰ ਕੀ ਕਹਿੰਦੇ ਨੇ ਇੰਗਲਿਸ਼ ਦੇ ਵਿੱਚ, ਐਂਗਲ ਆਫ ਐਲੀਵੇਸ਼ਨ। ਕੀ ਕਹਿੰਦੇ ਨੇ, ਐਂਗਲ ਆਫ ਐਲੀਵੇਸ਼ਨ। ਹਿੰਦੀ ਦੇ ਵਿੱਚ ਕਹਿੰਦੇ ਨੇ ਉन्नयन ਕੋਣ। ਕਿਹੜਾ ਕੋਣ ਜੀ, उन्नयन ਕੋਣ। ਕਿਹੜਾ ਕੋਣ ਕਹਿੰਦੇ ਆ ਜੀ, उन्नयन ਕੋਣ। ਔਰ ਜਿਹੜਾ ਅਗਰ ਥੱਲੇ ਨੂੰ ਦੇਖ ਰਹੇ ਆ ਤਾਂ ਉਹ ਵੀ ਤਾਂ ਕੋਈ ਨਾ ਕੋਈ ਕੋਣ ਬਣ ਰਿਹਾ, ਐਂਗਲ ਬਣ ਰਿਹਾ, ਉਹਨੂੰ ਕਹਿੰਦੇ ਨੇ ਡਿਪਰੈਸ਼ਨ, ਯਾਨੀ ਕਹਿਣ ਦਾ ਮਤਲਬ ਹੈ ਅਵਨਮਨ ਕੋਣ। ਕਿਹੜਾ ਕੋਣ, ਅਵਨਮਨ ਕੋਣ। ਯਾਨੀ ਉੱਪਰ ਨੂੰ ਦੇਖਾਂਗੇ ਤਾਂ उन्नयन ਕੋਣ ਕਵਾਂਗੇ, ਜਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਆ उनताश ਕੋਣ। ਕਿਹੜਾ ਕੋਣ, उनताश ਕੋਣ। ਯਾਨੀ ਅਗਰ ਮੈਂ ਉੱਪਰ ਨੂੰ ਦੇਖ ਰਿਹਾ ਤਾਂ उनताश ਬੋਲੂੰਗਾ, ਥੱਲੇ ਨੂੰ ਬੋਲੂੰਗਾ ਤਾਂ ਅਵਨਮਨ। ਪੰਜਾਬੀ ਚ ਲਿਖਤਾ ਜੀ ਮੈਂ उनताश। ठीक है जी। और इंग्लिश ਦੇ ਵਿੱਚ ਕੀ ਕਹਿੰਦੇ ਨੇ, ਐਂਗਲ ਆਫ ਐਲੀਵੇਸ਼ਨ। ਔਰ ਅਵਨਮਨ ਨੂੰ ਕੀ ਕਹਿੰਦੇ ਨੇ, ਡਿਪਰੈਸ਼ਨ। ਅਵਨਮਨ ਦਾ ਮਤਲਬ ਇੱਥੇ ਅਵਨਮਨ ਹੀ ਹੈ। ਠੀਕ ਹੈ ਜੀ। ਤਾਂ ਇਹ ਗੱਲ ਸਮਝ ਆ ਗਈ ਸਾਰਿਆਂ ਨੂੰ ਕਿ ਉੱਪਰ ਨੂੰ ਦੇਖਾਂਗੇ ਤਾਂ उनताश, ਥੱਲੇ ਨੂੰ ਦੇਖਾਂਗੇ ਤਾਂ ਅਵਨਮਨ। ਇੱਥੋਂ ਤੱਕ ਕਲੀਅਰ ਹੋ ਗਿਆ ਸਾਰਿਆਂ ਨੂੰ। ਹਜੇ ਟੌਪਿਕ ਨਹੀਂ ਸ਼ੁਰੂ ਹੋਇਆ, ਹਜੇ ਸਿਰਫ ਜਾਣਕਾਰੀਆਂ ਲਈਆਂ ਕਿ ਟ੍ਰਿਗਨੋਮੈਟਰੀ ਚ ਹੁੰਦਾ ਕੀ ਕੀ ਹੈ। ਇੰਨੀ ਗੱਲ ਸਮਝ ਆਈ ਸਾਰਿਆਂ ਨੂੰ। यस, फटाफट दसो सारे जने। क्लियर है? हाँ जी, ਉੱਚਾ ਕੋਣ ਵੀ ਕਹਿ ਸਕਦੇ ਆ, ਨੀਵਾ ਕੋਣ ਵੀ ਕਹਿ ਸਕਦੇ ਆ, ਬਿਲਕੁਲ। ਲੇਕਿਨ ਪੇਪਰ ਦੇ ਵਿੱਚ ਤੁਹਾਡੇ 49 ਲਿਖਿਆ ਆਏਗਾ ਪੰਜਾਬੀ ਦੇ ਵਿੱਚ ਤੇ ਇੰਗਲਿਸ਼ ਵਿੱਚ ਲਿਖਿਆ ਆਏਗਾ ਐਲੀਵੇਸ਼ਨ, ਔਰ ਅਵਨਮਨ ਨੂੰ ਲਿਖਿਆ ਆਏਗਾ ਅਵਨਮਨ ਹੀ, ਲੇਕਿਨ ਲਿਖਿਆ ਕੀ ਆਏਗਾ, ਐਂਗਲ ਆਫ ਡਿਪਰੈਸ਼ਨ। ਚਲੋ ਹੁਣ ਧਿਆਨ ਨਾਲ ਦੇਖਿਓ, ट्रिग्नोमेट्रिक रेशो बारे में दस चुकिया मैं ਤੁਹਾਨੂੰ ਸਾਰਿਆਂ ਨੂੰ ਕਿ साइन कोस tan कोट बारे पता लावांगे ਆਪਾਂ। ट्रिग्नोमेट्रिक रिलेशन ਦੇ ਬਾਰੇ ਵੀ ਤੁਹਾਨੂੰ ਦੱਸ ਚੁੱਕਿਆ ਮੈਂ, ਕਿਹੜੇ-ਕਿਹੜੇ ਰਿਲੇਸ਼ਨ ਬਣਾਵਾਂਗੇ ਆਪਾਂ साइन ਦੇ ਨਾਲ कोस ਦਾ। ਉਸ ਤੋਂ ਬਾਅਦ ट्रिग्नोमेट्रिक ਦੀ ਸਾਰਣੀ ਬਾਰੇ ਤੁਹਾਨੂੰ ਦੱਸਤਾ ਵੀ ਇਸ ਸਾਰਣੀ ਦੇ ਬਾਰੇ ਆਪਾਂ ਖੇਡਾਂਗੇ ਜਦੋਂ ਆਪਾਂ ਟੌਪਿਕ ਕਰਾਂਗੇ। ਆਹ ਸਾਰਣੀ ਹੈ ਸਾਡੀ। ਉਸ ਤੋਂ ਬਾਅਦ ਵਿੱਚ ट्रिग्नोमेट्रिक ਦੀ ਪਛਾਣ ਦੇ ਬਾਰੇ ਪੜਾਂਗੇ ਆਪਾਂ, साइन कोस ਕੀ ਹੁੰਦਾ ਹੈ। ਹੁਣ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਐਡਵਾਂਸ ट्रिग्नोमेट्री। ਬੜੇ ਧਿਆਨ ਨਾਲ ਸਿੱਖਣਾ ਹਰ ਚੀਜ਼। ਆ ਦੇਖੋ ट्रिग्नोमेट्रिक, ਅਗਰ ਆਪਾਂ ਗੱਲ ਕਰੀਏ ਐਡਵਾਂਸ ट्रिग्नोमेट्री ਦੇ ਵਿੱਚ ਟੌਪਿਕ ਦਾ ਨਾਮ ਕੀ ਹੈ, ਹਾਈਟ ਐਂਡ डिस्टेंस। ਹਾਈਟ ਦਾ ਮਤਲਬ ਉਚਾਈ ਔਰ डिस्टेंस ਦਾ ਮਤਲਬ ਦੂਰੀ। ਆ ਤੁਹਾਡੀ ਹਾਈਟ ਹੈ। ਦੇਖੋ ਕੋਈ ਬੰਦਾ ਇੱਕ ਥਾਂ ਤੋਂ ਖੜੇ ਹੋ ਕੇ ਅਗਰ ਉਹ ਕਿਸੇ ਇਮਾਰਤ ਨੂੰ ਦੇਖ ਰਿਹਾ ਹੈ, ਬੁਰਜ ਖਲੀਫਾ ਹੈ ਨਾ, अगर वो बुर्ज खलीफा ਨੂੰ देख रहा है तो दैट मीन्स ਉਹਦਾ ਮੂੰਹ ਉੱਪਰ ਨੂੰ ਹੋਏਗਾ, और ऊपर ਨੂੰ ਹੋਏਗਾ तो ਉਸ ਦਾ ਕੋਣ ਕੀ ਕਿਹਾ ਜਾਏਗਾ, एंगल ऑफ एलिवेशन किया जाएगा। आ वाला ਜਿਹੜਾ ਕੋਣ ਹੈ एंगल ऑफ एलिवेशन। और ਇੱਥੋਂ ਲੈ ਕੇ ਇਸ ਇਮਾਰਤ ਦੇ ਜਿਹੜੀ ਦੂਰੀ ਹੋਏਗੀ ਇਹਨੂੰ ਕੀ ਕਿਹਾ ਜਾਏਗਾ, डिस्टेंस ਕਿਹਾ ਜਾਏਗਾ, डिस्टेंस। ਆਪਾਂ ਟੌਪਿਕ ਕੀ ਕਰ ਰਹੇ ਹਾਂ, ਹਾਈਟ ਐਂਡ डिस्टेंस। ਯਾਨੀ ਉਹਦੇ ਵਿੱਚ ਸਾਨੂੰ ਜਾਂ ਤਾਂ ਆ ਚੀਜ਼ ਪੁੱਛੀ ਜਾਏਗੀ ਪੇਪਰ ਦੇ ਵਿੱਚ, ਜਾਂ ਆ ਚੀਜ਼ ਪੁੱਛੀ ਜਾਏਗੀ ਪੇਪਰ ਦੇ ਵਿੱਚ, ਜਾਂ ਆ ਚੀਜ਼ ਪੁੱਛੀ ਜਾਏਗੀ ਪੇਪਰ ਦੇ ਵਿੱਚ। ਤਿੰਨਾਂ ਦੇ ਵਿੱਚੋਂ ਕੋਈ ਵੀ ਇੱਕ ਚੀਜ਼ ਪੇਪਰ ਦੇ ਵਿੱਚ ਪੁੱਛੀ ਜਾਂਦੀ ਹੈ। ਜਿਵੇਂ ਇੱਕ ਹੋਰ ਐਗਜ਼ਾਮਪਲ ਤੁਹਾਡੇ ਵਾਸਤੇ ਲਿਆ ਮੈਂ, ਆ ਡੋਗੀ ਪਪੀ, ਇਹ ਇੱਥੇ ਕੋਈ ਔਰਤ ਖੜੀ ਹੈ, ਕੋਈ ਉਹਨੂੰ ਤਾੜ ਰਿਹਾ, ਉਹਨੂੰ ਦੇਖ ਰਿਹਾ। ਹੁਣ ਜਦੋਂ ਉਹਨੂੰ ਦੇਖ ਰਿਹਾ ਹੈ ਤਾਂ ਨੈਚੁਰਲ ਜੀ ਗੱਲ ਹੈ, ਇਹ ਅਗਰ ਡੋਗੀ ਉੱਪਰ ਨੂੰ ਦੇਖੇਗਾ ਤਾਂ ਕਵਾਂਗੇ ਕਿ ਆਪਾਂ 49 ਕੋਣ।
लेकिन अगर आ कुड़ी थल्ले नूं देखेगी तो की कहांगे आपां इहनूं लाइन ऑफ साइट तो है, इहनूं डिप्रेशन कह दांगे। की कह दांगे? डिप्रेशन। आई होप सो 49 ते अवनमन के बारे पता लग गया होगा सारिਆਂ ਨੂੰ। दैट इज डिस्टेंस, दैट इज हाइट, दैट इज एंगल। और अगर उपरों थल्ले देखांगे तो अवनमन, थल्ले ऊपर देखांगे तो उन्नयन। यस और नो? बेसिक ऑलमोस्ट क्लियर हो चुका है। हुण मैनू 2 मिनट का टाइम देना सारिਆਂ ने। 10वीं ਦੇ ਵਿੱਚ ਆਪਾਂ ਆ ਟੌਪਿਕ ਕੀਤਾ ਸੀ ਸਾਰਿਆਂ ਨੇ, ਔਰ 10वीं ਦੇ ਵਿੱਚ ਜਦੋਂ ਆਪਾਂ ਇਹ ਟੌਪਿਕ ਕੀਤਾ ਸੀਗਾ ਤਾਂ ਸ਼ਾਇਦ ਹੋ ਸਕਦਾ ਹੈ ਸਰ ਇਹਦੇ ਵਿੱਚ ਤਾਂ 10 ਦਾ ਮਾਨ ਆਉਂਦਾ ਹੈ, ਜਾਂ ਸਰ ਸਾਈਨ ਦਾ ਮਾਨ ਆਉਂਦਾ ਹੈ, ਜਾਂ ਫਿਰ ਸਰ ਕੋਟ ਦਾ ਮਾਨ ਆਉਂਦਾ ਹੈ ਨਾ, ਕਿਉਂਕਿ ਸਾਰਾ ਕੰਮ ਹੁੰਦਾ ਤਾਂ ਕਿਰਤੇ ਹੈ, ਐਂਗਲ ਤੇ ਹੀ ਹੁੰਦਾ ਹੈ ਸਾਰਾ ਕੰਮ। ਔਰ ਐਂਗਲ ਦਾ ਮਤਲਬ ਹੁੰਦਾ ਹੈ ਰੇਸ਼ੋ ਤੇ ਹੁੰਦਾ ਹੈ, ਔਰ ਰੇਸ਼ੋ ਦਾ ਮਤਲਬ ਹੁੰਦਾ ਹੈ ਸਾਈਨ ਕੋਸ ਟੈਨ। ਲੇਕਿਨ ਤੁਸੀਂ ਆਪਦੇ ਦਿਮਾਗ ਦੇ ਵਿੱਚੋਂ ਸਾਈਨ ਕੋਸ ਟੈਨ ਕੋਟ ਸੈਕ ਸਾਰਾ ਕੁਝ ਕੱਢ ਦੋ ਬਾਹਰ, बिल्कुल खाली कर दो। साइन कोस टेन कोड की लोड़ नहीं पएगी। जिहड़ी गल मैं दसूंगा बस उस गल नूं सिखदे जाना है, और फिर क्वेश्चन तुसी करने हैं, मैं नहीं करना। रेडी हो सारे जने? टॉपिक का नाम हाइट एंड डिस्टेंस है। फिर तो बोल रहा मैं जिहड़े हुणे जुड़े है, पिछे वाला नहीं भी किया तां भी कोई दिक्कत नहीं है। चलो जी रेडी। तो सब तो पहले नंबर ते आउंदी है जी साडे कोले, फिर दोबारा एक बारी फिर तो देख लो। एलिवेशन का मतलब उपर नूं, डिप्रेशन का मतलब नीचे नूं। यस, हुण नाल नाल मेरे चीज़ां सिखदे जाओ। इस पूरे टॉपिक दे विच की होएगा, इस पूरे टॉपिक दे विच तुहानूं एक तरह का डायग्राम बनाउणा पैंदा है। एक तरह का की बनाउणा पैंदा है जी? डायग्राम बनाउणा पैंदा है। ध्यान नाल देखियो, पूरे का पूरा एक डायग्राम बनाना पैंदा है। ये डायग्राम होंदा है ट्राइंगल। इस ट्राइंगल दे विच आ होंदा है 90 डिग्री, और तुहाडे कोले दो तरह के कोण बनते हैं। पहला कोण बनता है 30 डिग्री, दूजा 60 डिग्री, तीजा 90 डिग्री, या बन सकता है 45 45 90। ठीक है जी, ये दो ही रूल बनते हैं पूरे क्वेश्चन दे विच, पूरे टॉपिक दे विच। जिन्हें ये दो रूल ढंग नाल सिख ले, समझ लो टॉपिक क्लीयर है विदाउट साइन कोस टेन। ध्यान नाल वेखियो, आ 90 है, इत्थे मैं 30 लिख देना लो जी। और तुहाडे पेपर दे विच मैं फिर बोल रहा, कईयां ने किसी ने अगर बोलता विचाले सर इत्थे 15 आ जाए, इत्थे 75 आ जाए, नहीं आएगा। आएगा तो मैं दसूंगा किवें आएगा। हजे सिर्फ इन्ना ही याद रखना है कि इत्थे अगर 30 है तो तुसी दसो इत्थे की आएगा। यस बिल्कुल, इत्थे की आएगा 60 आएगा। क्यों? क्योंकि 90 और 90 180 होता है, तो अगर आ वाला 30 है तो आ की होएगा 60 होएगा। हुण रुको, आ वाला 90 है, हुण मैं कहदा कि आ वाला 45 है, हुण दसो आ वाला की होएगा? 45 हो जाएगा, क्योंकि 45 45 की होंदा है 90। तो ये दो ही रूल पेपर दे विच बनदे है। तुहाडी एनसीईआरटी दी बुक खोल के देख लियो, तुहाडी पंजाब स्कूल जिहड़ी तुहाडी सिक्ख्या स्कूल है ओदी बुक खोल के देख लियो, तुहानू 30 60 90 45 45 90 ही मिलेगा। पहली चीज। दूजी चीज हुण देखो ध्यान नाल, जिहड़ी मैं गल दस रहा वो सब तो इंपोर्टेंट है। मैं की कीता होया है, मैं साइन कोस टेन कोट कुछ नहीं याद करवाना, मैं सिर्फ तुहानू याद ये करवाना है कि इस लाइन नू कहंदे की है, इस लाइन दा नाम की है, इस लाइन नू की किया जाता है, मैं आ दसूंगा तुहानू। देखो 30 दे सामने हमेशा एक आउंदा है, 30 दे सामने हमेशा की आउंदा है? एक आउंदा है। 60 दे सामने हमेशा याद रखियो रूट 3 आउंदा है। 30 दे सामने हमेशा एक आउंदा है, 60 दे सामने हमेशा रूट 3 आउंदा है, और 90 दे सामने हमेशा 2 आउंदा है। ये याद रखना है सारे ने। इज दैट क्लियर? इज दैट पॉसिबल कि तुसी इहनू याद कर लोगे कि 30 दे सामने हमेशा एक आउंदा है, 60 दे सामने रूट 3 आउंदा है, और 90 दे सामने 2 आउंदा है। ये मैं रेशो देता, 30 दे सामने एक आउंदा है, 60 दे सामने रूट 3 आउंदा है, 90 दे सामने हमेशा 2 आउंदा है। किहदे विच? 30 60 90 वाले विच। हुण 45 वाले ते आउणे आ। 45 दे सामने हमेशा एक आउंदा है, 45 दे सामने भी एक आउंदा है, ते 90 दे सामने की आउंदा है? रूट 2 आउंदा है।
की आउंदा है जी, √2 आउंदा है। दैट्स इट, बस टॉपिक खत्म। 1 1 √2 याद होया कि नहीं होया? किसी के मन च ये आ रहा है कि सर 90 के 2 मान है, सानू किवें पता लगेगा? उन्हें 30 60 पूछा कि 45 45। तो बच्चे अगर 30 देता तो दैट मीनस इत्थे 60 आएगा, जे उन्हें 45 देता तो दैट मीनस उत्थे 45 आएगा। फिर असी आह वाला नियम लावांगे, जे 45 आ गया और जे 30 60 आ गया तो फिर असी आह वाला 90 चकांगे। क्लीयर है सारिਆਂ ਨੂੰ? फटाफट दसो, इत्थों तक क्लीयर हो गया सारिਆਂ ਨੂੰ कि 30 के सामने 1 याद रखना है, 90 के सामने 2 याद रखना है, 60 के सामने √3 याद रखना है, 45 के सामने 1 याद रखना है, 90 के सामने √2 याद रखना है, 45 के सामने 1 याद रखना है। बस 45 45 90 30 60 90। हुण मैं तुहानू थोड़ा जा ऑब्जर्व कराउणा सिखाउणा कि इहनू लाउणा किवें पेपर दे विच। देखियो, मान लो मैं तुहानू कहां कि आ एक सीडी है, ये सॉरी आ एक दीवार है और इस दीवार दे नाल मैं इस सीडी नू खड़ा कर दिता। आ सीडी खड़ी होगी, आ तुहाडी दीवार है, आ तुहाडी सीडी है, समझ गए? और सीडी दी जिहड़ी लंबाई है वो हैगी 100 मीटर। एवें कहता आपां नू जिहड़ी तुहाडी पौड़ी है, सीडी दा मतलब पौड़ी, पौड़ी दी जिहड़ी लंबाई है वो किन्ने मीटर है? 100 मीटर है। क्लीयर? हुण पौड़ी दी लंबाई 100 मीटर है और उन्हें की क्वेश्चन पूछ लिया, उन्हें क्वेश्चन ए पूछ लिया तो दसो उस दीवार दी ऊंचाई की होएगी? उस दीवार दी ऊंचाई की होएगी? आ पूछ लिया उन्हें। ठीक है जी। हुण जदों उन्हें आ पूछया ना कि दीवार दी ऊंचाई की होएगी, तां इत्थे पंगा पैंदा है बच्चे दे कि सर सानू तां फिर साइन कोस टेन कोड दे बारे पता लगना पएगा, है ना? हुण देखो सारे जने ध्यान नाल, जेडे स्टूडेंट न्यू देख रहे हैं, मैं इसे करके कई दे कमेंट्स डायरेक्ट करते क्योंकि वो तंग करनगे बच्चों नू, क्योंकि इत्थे पुराने बच्चे भी बैठे हैं ते नवे भी बैठे हैं। हुण देखो, हुण इत्थे की है कि मैं तुहानू दस्सिया इस लाइन बारे, इस लाइन दी वैल्यू है 100 मीटर रियलिटी च, पर सानू पता है कि 100 मीटर दी वैल्यू कितनी है? 2। 100 मीटर दी रियल वैल्यू कितनी है? 2, क्योंकि आपां नू पता है इस लाइन दा मान है 2। तो आपां कह सकते हैं ना कि 100 मीटर जिहड़ी लाइन है वो 2 पार्ट दी वैल्यू है। किन्ने पार्ट दी वैल्यू है? 2 पार्ट दी वैल्यू। यानी तुसी ये कहना है कि 100 2 पार्ट दी वैल्यू है, थल्ले लाना है 2। आ रेशो हमेशा थल्ले आएगा, ना बाप बड़ा ना भैया, सबसे बड़ा रुपया तो सबसे बड़ी साडी अमाउंट होएगी वो ऊपर आएगी, थल्ले ओदा रेशो आएगा। जेदी वैल्यू इस लाइन दी वैल्यू कितनी है? 2 है, तो आपां नू पता है 100 2 दी वैल्यू है। हुण उन्हें पूछया किहदे बारे है? उन्हें आ चीज पूछी है और आ चीज का मतलब है इस लाइन की वैल्यू कितनी है? 1। इत्थे 1 ला दो, हुण कट दो, कितना आ गया? कितना आ गया? 50। आंसर आ गया विदाउट साइन कोस टेन कोड सेक। यस और नो? कोई साइन नहीं, कोई कोस नहीं, कोई टेन नहीं, कोई कोट नहीं, कोई सेक नहीं, कोई कोसेक नहीं। अगे आओ, मजा आ गया? थीम सेक के हजे टॉपिक शुरुआत नहीं हुई, हजे सिर्फ बेसिक थोम चल रही है टॉपिक दी। क्लीयर हुई चीज सारे नू कि सानू जेड़ी भी रकम इत्थे दे रखी होएगी वो वैल्यू हमेशा इस रेशो दी होएगी। थैंक यू अलका जी, थैंक यू। बाकी भी प्लीज सारे जने दसो। क्लियर? हुण चलो मैं एक बारी दोबारा तो पूछदा सारे नू एक बारी फेर तो। देखियो हुण ध्यान नाल, हजे तो बहुत कुछ ईजी लगेगा, टेंशन ना लो, हजे तो बहुत कुछ ईजी लगेगा। हुण देखो, और ये सारा कुछ ड्रीम्स ही मिल सकता है, क्योंकि ड्रीम्स ही तुहाडे सपनों नू पूरा कर सकता है, क्योंकि सानू साडे ते विश्वास है। चलो हुण देखो, मान लो तुहानू उन्हें कह दिता कि उस दीवार की जिहड़ी लंबाई है ना वो दे रखी है 50 मीटर। किन्ने मीटर? 50 मीटर उस दीवार दी। वो कहंदा सीडी दे थल्ले तो लेके, सीडी दे यानी जिहड़ी तुहाडी पौड़ी है उस पौड़ी दे थल्ले तो लेके दीवार दे थल्ले तक दा जिहड़ा आ वाली रेखा है आ किन्नी आएगी? उन्हें आ पूछ लिया आ किन्नी आएगी? तो तुसी कहोगे कि 50 केदी वैल्यू है?
1 ਦੀ ਵੈਲਿਊ ਹੈ। ਆ ਲਓ ਜੀ, ਕਿਉਂਕਿ ਆਪਾਂ ਨੂੰ ਪਤਾ ਇੱਥੇ 100 ਸੀ 2 ਦੀ ਵੈਲਿਊ, ਹੁਣ 50 ਹੈ ਕਿਹਦੀ ਵੈਲਿਊ 1 ਦੀ ਵੈਲਿਊ, ਸਾਨੂੰ ਕਿਹਦੀ ਵੈਲਿਊ ਚਾਹੀਦੀ ਹੈ √3 ਦੀ ਵੈਲਿਊ, ਉਹ ਗੁਣਾ ਚ ਕਰ ਦੋ। ਆ ਲਓ ਜੀ ਕਿੰਨੀ ਆ ਜਾਏਗੀ 50 √3, ਆ ਸਾਡਾ ਆਨਸਰ ਆ ਗਿਆ। ਆਇਆ ਸਮਝ ਸਾਰਿਆਂ ਨੂੰ? ਕਲੀਅਰ ਹੈ? ਆਈ ਹੋਪ ਸੋ ਸਾਰਿਆਂ ਨੂੰ ਸਮਝ ਆ ਗਈ ਹੋਏਗੀ ਆ ਵਾਲੀ ਗੱਲ। ਹੁਣ ਇਸ ਚੀਜ਼ ਨੂੰ ਆਪਾਂ ਆਬਜ਼ਰਵ ਕਰਨਾ ਸਿੱਖਦੇ ਹਾਂ ਕਿ ਆ ਚੀਜ਼ ਆਬਜ਼ਰਵ ਕਿਵੇਂ ਹੋਏਗੀ। ਆਬਜ਼ਰਵ ਕਿਵੇਂ ਕਰਨੀ ਹੈ ਪੇਪਰ ਦੇ ਵਿੱਚ, ਦੇਖਿਓ ਧਿਆਨ ਨਾਲ। ਇੱਕ ਵਾਰੀ ਵਾਸਤੇ ਮੈਂ ਨਵੇਂ ਪੇਜ ਤੇ ਜਾ ਰਿਹਾ ਔਰ ਖਾਲੀ ਸਲਾਈਡ ਹੈ। ਹੁਣ ਮੈਨੂੰ ਫਟਾਫਟ ਦੱਸਿਓ ਸਾਰੇ ਜਣੇ, ਆ ਤੁਹਾਡੀ ਲਾਈਨ ਹੈ, ਇੱਥੇ ਮੈਂ ਲਿਖਤਾ 60, ਇੱਥੇ ਲਿਖਤਾ 90, ਇੱਥੇ ਲਿਖਤਾ 30। ਮੈਨੂੰ ਦੱਸੋ 60 ਦੇ ਸਾਹਮਣੇ ਇੱਥੇ ਕੀ ਆਏਗਾ? 60 ਦੇ ਸਾਹਮਣੇ ਕੀ ਆਏਗਾ ਫਟਾਫਟ ਦੱਸੋ। ਬਸ ਇਹ ਯਾਦ ਹੋਣਾ ਚਾਹੀਦਾ ਸਾਰਿਆਂ ਨੂੰ। ਵੈਰੀ ਗੁੱਡ, √3, 60 ਦੇ ਸਾਹਮਣੇ √3। ਕਈ ਬੱਚਿਆਂ ਦੇ ਮਾਈਂਡ 'ਚ ਸੀਗਾ ਯਾਰ √3 ਪਹਿਲਾਂ ਸਰ ਨੇ ਕਿਹਾ ਸੀ ਥੱਲੇ ਹੁੰਦਾ ਇੱਥੇ ਜੇ, ਤਾਂ ਦੇਖੋ 60 ਦੇ ਸਾਹਮਣੇ ਕਿਹਾ ਸੀ ਮੈਂ, ਇਹ ਨਹੀਂ ਕਿਹਾ ਸੀ ਥੱਲੇ ਜੇ। 60 ਇੱਥੇ ਵੀ ਆ ਸਕਦਾ ਹੈ, 30 ਉੱਪਰ ਵੀ ਆ ਸਕਦਾ ਹੈ, ਪਤਾ ਹੈ ਨਾ, ਕਿਉਂਕਿ ਦੋਨਾਂ ਕੋਣਾਂ ਦਾ ਜੋੜ ਕੀ ਹੁੰਦਾ ਹੈ 90 ਡਿਗਰੀ ਹੁੰਦਾ ਹੈ। ਹੁਣ ਦੇਖੋ ਤਾਂ ਪਤਾ ਲੱਗ ਗਿਆ ਆਪਾਂ ਨੂੰ ਕਿ 60 ਦੇ ਸਾਹਮਣੇ ਕੀ ਹੋਏਗਾ √3 ਔਰ 30 ਦੇ ਸਾਹਮਣੇ ਕੀ ਹੋਏਗਾ ਫਟਾਫਟ ਦੱਸ ਦਿਓ ਸਾਰੇ ਜਣੇ। 30 ਦੇ ਸਾਹਮਣੇ ਵੈਰੀ ਗੁੱਡ 1 ਹੋਏਗਾ। 90 ਦੇ ਸਾਹਮਣੇ ਕੀ ਹੋਏਗਾ? 90 ਦੇ ਸਾਹਮਣੇ 90 ਦੇ ਸਾਹਮਣੇ 2 ਹੋਏਗਾ। ਵੈਰੀ ਗੁੱਡ, ਬਹੁਤ ਵਧੀਆ। ਹੁਣ ਦੱਸੋ ਹੁਣ ਦੱਸੋ ਜੀ 45 ਦੇ ਸਾਹਮਣੇ ਕੀ ਹੋਏਗਾ? ਇਸ 45 ਸਾਹਮਣੇ ਯੈਸ 45 ਦੇ ਸਾਹਮਣੇ 1, ਇਸ 45 ਸਾਹਮਣੇ ਵੀ ਕੀ 1 ਔਰ ਇਸ 90 ਦੇ ਸਾਹਮਣੇ ਕੀ ਹੋਏਗਾ √2। 2 ਨਹੀਂ ਹੋਏਗਾ ਜੀ, 2 30 60 ਵਾਲੇ ਦੇ ਸਾਹਮਣੇ ਹੈ, मतलब 90 ਦੇ ਸਾਹਮਣੇ 2 ਹੈ, लेकिन इधर वाले 90 ਦੇ ਸਾਹਮਣੇ ਕਿੰਨਾ ਹੈ √2 ਹੈ। ਵੈਰੀ ਗੁੱਡ। ਹੁਣ ਦੇਖੋ ਕਰਿਓ ਨਾ ਕੋਈ ਵੀ, ਜਿਹੜੇ ਪੁਰਾਣੇ ਆ ਉਹ ਤੰਗ ਕਰ ਸਕਦੇ ਆ ਮੈਨੂੰ, ਇਸ ਕਰਕੇ ਮੈਨੂੰ ਆ ਲਓ ਜੀ। ਹੁਣ ਚੱਲੀ ਚੱਲੋ ਆਨਸਰ। ਹੁਣ ਦੇਖੋ ਪੇਪਰ ਦੇ ਵਿੱਚ ਕੁਐਸਚਨ ਆਇਆ ਤੁਹਾਡੇ ਐਵੇਂ ਦਾ, ਬੜੇ ਧਿਆਨ ਨਾਲ ਦੇਖਿਓ ਸਾਰੇ ਜਣੇ, ਜਿਹੜੇ ਨਵੇਂ ਸਟੂਡੈਂਟਸ ਨੇ ਉਹ ਜ਼ਰੂਰ ਦੇਖਣੇ ਸਾਰਿਆਂ ਨੇ, ਅੱਜ ਤੁਹਾਨੂੰ ਮਜ਼ਾ ਬਹੁਤ ਆਏਗਾ ਪੇਪਰ ਕਰਨ ਲੱਗੇ। ਕਹਿੰਦਾ ਹੈ ਦਾ ਐਂਗਲ ਆਫ ਐਲੀਵੇਸ਼ਨ ਆਫ ਅ ਟਾਵਰ from a distance 100 meter from its foot is 30 degree height of the tower। ਕਹਿੰਦਾ ਹੈ ਇੱਕ ਟਾਵਰ, ਤੇ ਦੇਖੋ ਆ ਮੈਂ ਬਣਾ ਦਿੱਤਾ ਟਾਵਰ, ਆ ਲਓ ਜੀ। ਇੱਕ ਟਾਵਰ ਦੇ ਪੈਰਾਂ, ਆ ਟਾਵਰ ਦਾ ਕੀ ਹੈ ਪੈਰ ਹੈ, ਤੇ ਟਾਵਰ ਦੇ ਪੈਰਾਂ ਤੋਂ 100 ਮੀਟਰ ਦੂਰ, ਆ ਲਓ ਜੀ ਆ ਕਿੰਨੇ ਮੀਟਰ ਦੂਰ 100 ਮੀਟਰ ਦੂਰ, 100 ਮੀਟਰ ਦੀ ਦੂਰੀ ਤੋਂ ਉਚਾਈ ਦਾ ਕੋਣ, ਆ ਤੁਹਾਡੀ ਉਚਾਈ ਬਣ ਗਈ। ਉਚਾਈ ਦਾ ਕੋਣ ਕਿੰਨੇ ਡਿਗਰੀ ਹੈ ਜੀ 30 ਡਿਗਰੀ ਹੈ। ਆ ਕਿੰਨੇ ਡਿਗਰੀ ਹੈ 30 ਡਿਗਰੀ। ਹੁਣ ਤੁਸੀਂ ਆਪ ਦੱਸੋ ਆ 30 ਡਿਗਰੀ ਹੈ ਤਾਂ ਆ ਕਿੰਨਾ ਹੈ 90 ਡਿਗਰੀ, ਤਾਂ ਫਿਰ ਆ ਵਾਲਾ ਕਿੰਨਾ ਹੈ 60 ਡਿਗਰੀ ਹੋਇਆ ਨਾ। ਜੇ ਆ 30 ਡਿਗਰੀ, ਕਿਉਂਕਿ ਮੈਂ ਦੱਸਿਆ ਨਾ ਐਲੀਵੇਸ਼ਨ, ਐਲੀਵੇਸ਼ਨ ਦਾ ਮਤਲਬ ਹੁੰਦਾ ਥੱਲਿਓਂ, ਤਾਂ ਆਪਾਂ ਨੂੰ ਪਤਾ ਲੱਗ ਗਿਆ ਕਿ ਆ 30 ਹੈ, ਥੱਲੇ ਉੱਪਰ ਹੀ ਦੇਖ ਰਹੇ ਨਾ, ਤਾਂ ਆ 30 ਡਿਗਰੀ ਹੈ, ਆ ਕਿੰਨੇ ਡਿਗਰੀ ਹੈ 60 ਡਿਗਰੀ ਹੈ। ਔਰ ਧਿਆਨ ਰੱਖਣਾ ਹੈ ਸਾਰਿਆਂ ਨੇ, ਤੁਹਾਨੂੰ ਕੁਝ ਵੀ ਨਾ ਸਮਝ ਆਵੇ ਥੱਲੇ ਲਿਖ ਦਿਆ ਕਰੋ ਡਿਗਰੀ, ਬਸ ਯਾਦ ਰੱਖਿਓ ਡਿਗਰੀ ਹਮੇਸ਼ਾ ਥੱਲੇ ਲਿਖ ਦਿਆ ਕਰੋ। ਹੁਣ ਇੱਥੇ 30 ਆ ਗਿਆ, ਇੱਥੇ 60 ਆ ਗਿਆ, ਇੱਥੇ 90 ਆ ਗਿਆ। ਹੁਣ ਧਿਆਨ ਨਾਲ ਵੇਖੋ ਫਟਾਫਟ ਦੱਸੋ ਮੈਨੂੰ 60 ਦੇ ਸਾਹਮਣੇ ਕੀ ਸੀ? 60 ਦੇ ਸਾਹਮਣੇ √3 ਸੀਗਾ, 30 ਦੇ ਸਾਹਮਣੇ ਕੀ ਸੀਗਾ 1 ਸੀਗਾ, 90 ਦੇ ਸਾਹਮਣੇ ਕੀ ਸੀਗਾ 2 ਸੀਗਾ। ਹੁਣ ਦੇਖੋ ਟਾਵਰ ਦੀ ਉਚਾਈ ਕੀ ਹੈ, ਤੇ ਟਾਵਰ ਦੀ ਉਚਾਈ 1 ਹੈ ਜੀ, ਲੇਕਿਨ ਸਾਨੂੰ ਦੇ ਰੱਖਿਆ 100 ਮੀਟਰ, ਤੇ ਜਿਹੜੀ 100 ਮੀਟਰ ਹੈ ਉਹ ਵੈਲਿਊ ਆਫ √3, ਯਾਨੀ 100 ਅਗਰ √3 ਦੀ ਵੈਲਿਊ ਹੈ ਤਾਂ ਸਾਨੂੰ ਕਿੰਨੇ ਦੀ ਵੈਲਿਊ ਚਾਹੀਦੀ ਹੈ 1 ਦੀ ਵੈਲਿਊ ਚਾਹੀਦੀ ਹੈ। 100 ਅਗਰ √3 ਦੀ ਵੈਲਿਊ ਹੈ ਤਾਂ ਸਾਨੂੰ ਤਾਂ 1 ਦੀ ਵੈਲਿਊ ਚਾਹੀਦੀ ਹੈ। ਕਿੰਨੀ ਆਏਗੀ 1 ਦੀ ਵੈਲਿਊ, ਕਿੰਨੀ ਆਏਗੀ 100 ਬਟਾ √3। ਚੱਕੋ ਜੀ ਆंसर। ਲੱਗਿਆ ਇੱਥੇ ਕਿਤੇ ਸਾइन कोस tan कोट sec कोसेक? अरे लगा क्या? मैं क्या सी ना दिल थाम के बैठ जाओ, दिल थाम के बैठ जाओ।
वो घड़ी आने वाली है 10 मिनट बाद। थैंक यू टूमी जी। आई होप सो कि ਸਾਰਿਆਂ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਇਸ ਟੌਪਿਕ ਨੂੰ ਅਸੀਂ ਉਂਗਲਾਂ ਤੇ ਖੇਲਣਾ ਹੈ, ਉਂਗਲਾਂ ਦੇ ਨਾਲ। ਹਾਂਜੀ ਬਿਲਕੁਲ ਰੁਚੀ ਜੀ, ਰਿਪੀਟ ਕਰਾਂਗੇ, ਨੋ ਟੈਨਸ਼ਨ। ਔਰ ਟੈਨਸ਼ਨ ਨਾ ਲਓ, ਇਹ ਡੈਮੋ ਚੱਲ ਰਹੀ ਹੈ ਤੁਹਾਡੀ। ਡੈਮੋ ਦੇ ਵਿੱਚ ਅਸੀਂ ਉਹ ਚੀਜ਼ ਬੱਚੇ ਨੂੰ ਕਰਾਉਣਾ ਚਾਹੁੰਦੇ ਆ ਕਿ ਉਹਨੂੰ ਵੀ ਪਤਾ ਲੱਗੇ ਕਿ ਯਾਰ ਅਸੀਂ ਅੱਗੇ ਪੜ੍ਹਨਾ ਕੀ ਹੈ। ਅੱਜ ਮੈਂ ਅਗਰ ਨੰਬਰ ਸਿਸਟਮ ਸ਼ੁਰੂਆਤ ਕਰ ਦਿੰਦਾ, ਜਾਂ ਮੈਂ ਕੋਈ ਰੀਅਲ ਨੰਬਰ ਸ਼ੁਰੂਆਤ ਕਰ ਦਿੰਦਾ, ਜਾਂ ਮੈਂ ਕੋਈ ਟੌਪਿਕ ਇਹੋ ਜਿਹਾ ਸ਼ੁਰੂ ਕਰ ਦਿੰਦਾ ਜੋ ਸਾਰਿਆਂ ਨੂੰ ਮੰਨ ਲਓ ਆਉਂਦਾ ਹੁੰਦਾ, ਤਾਂ ਉਹ ਇੰਟਰਸਟ ਲੈ ਕੇ ਤੁਸੀਂ ਕਿਸੇ ਨੇ ਨਹੀਂ ਪੜ੍ਹਨਾ ਸੀ। ਕਿਉਂ? ਕਿਉਂਕਿ ਉਹ ਤੁਹਾਨੂੰ ਆਉਂਦਾ ਹੈ ਟੌਪਿਕ। ਪਰ ਇੱਕ ਉਹ ਚੀਜ਼ ਜਿਹੜੀ ਅਨਟੱਚ ਹੈ, ਔਰ ਜਿਹੜੀ ਅਸੀਂ ਡਰਦੇ ਹਾਂ ਜਿਹਦੇ ਕੋਲੋਂ, ਜਿੱਥੋਂ ਸਾਨੂੰ ਫੋਬੀਆ ਹੈ ਜਿਹਦਾ, ਉਸ ਫੋਬੀਆ ਨੂੰ ਅਸੀਂ ਬਾਹਰ ਕੱਢਣਾ ਹੈ ਆਪਦੇ ਦਿਲੋਂ ਕਿ ਅਸੀਂ ਯੈਸ ਅਸੀਂ ਕਰ ਸਕਦੇ ਹਾਂ। ਯੈਸ ਯੂ ਕੈਨ, ਤੁਸੀਂ ਕਰ ਸਕਦੇ ਹੋ। ਚਲੋ ਹੁਣ ਦੇਖੋ। ਥੈਂਕ ਯੂ ਰਜਨੀ ਜੀ, ਥੈਂਕ ਯੂ ਆਰਜੂ। ਹਾਂ ਬਿਲਕੁਲ, ਨਿਊ ਸਿੱਖਣ ਚ ਮਜ਼ਾ ਆਉਂਦਾ ਹੈ। ਚਲੋ ਰਿਪੀਟ ਕਰ ਰਹੇ, ਜਿਨ੍ਹਾਂ ਨੇ ਰਿਪੀਟ ਕਰਨ ਵਾਸਤੇ ਕਿਹਾ ਸੀ ਉਹਨਾਂ ਨੂੰ ਫਿਰ ਤੋਂ ਰਿਪੀਟ ਕਰਦੇ ਆ। ਨੈਕਸਟ ਕੁਐਸਚਨ ਬਹੁਤ ਹੈ ਆਪਣੇ ਕੋਲੇ ਅੱਜ। ਹਜੇ ਮੈਂ ਡੈਮੋ ਦੇ ਵਿੱਚ ਤੁਹਾਨੂੰ ਰੂਲ ਨੰਬਰ 1 ਤੇ ਰੂਲ ਨੰਬਰ 2 ਇਹ ਦੋ ਦੱਸ ਕੇ ਜਾਊਂਗਾ, ਲੇਕਿਨ ਧਿਆਨ ਰੱਖਿਓ ਇਹਦੇ ਟੋਟਲ 5 ਰੂਲ ਨੇ, लेकिन पंजों दे पंजों रूल ये 2 रूल तो ही बने हैं, ये याद रखियो। बिल्कुल निशा, 100 रुपए का स्टाम्प, 500 रुपए का स्टाम्प इंस्टीट्यूट में लाके रख दीजिए। साइन मैं करने को तैयार हूं। जिस दिन पेपर हो जाएगा आपका उस दिन मुझे वो स्टाम्प वापस दे जाना। इससे ज्यादा सिक्योरिटी मैं नहीं दे सकता। चलो अगे चलो जी। एवरीथिंग ਤੁਹਾਡਾ हर चीज होएगी। टॉपिक होंदे ही ਤੁਹਾਡਾ टेस्ट होएगा, टॉपिक होंदे ही ਤੁਹਾਡੀ डाउट्स क्लासेस होया करनगे, सारा कुछ होया करेगा। चलो इधर देखो ਹੁਣ ਸਾਰੇ जने, क्वेश्चन की क्या है। एक टावर दे पैरों तो, आ टावर है, आ ਇਹਦੇ पैर है, 50 मीटर ਦੀ दूरी तो, आ लो जी ਹੁਣ देखो उत्तर भी देने लगे सारे जने। 50 मीटर ਦੀ दूरी तो कोण 30 डिग्री है। आ वाला कोण कितने डिग्री है जी? 30 डिग्री है। तो आ वाला कोण कितने डिग्री होया? 90। आ वाला कितना होया? 60। हुण तुहानू पूछा टावर की ऊंचाई की है, यानी आ पूछी है। तो हुण दसो 60 के सामने की हुंदा है? √3 हुंदा है जी। तो आपां नू पता लग गया कि 50 जिहड़ी वैल्यू है वो √3 दी है। 50 जिहड़ी वैल्यू है वो √3 दी वैल्यू है, और सानू तो 30 के सामने चाहिए है। तो 30 के सामने 1 की वैल्यू कढ़ दो। आ लो जी 1 की वैल्यू। तो हुण साडा जिहड़ा आंसर आ गया वो आ गया 50/√3, क्योंकि 50 नू तुसीं 1 नाल गुणा करोगे तो 50 ही आएगा ना। तो 50/√3 ऑप्शन नंबर ए। हाँ जी, जिन्होंने ने कहा सी सर रिपीट करवाओ उन्होंने पता लग गया। ओके रुचि जी, गुड, बहुत बढ़िया, थैंक यू शिवानी जी। बाकी जेडे बच्चे लेट जुड़ रहे हैं वो प्लीज रिकॉर्डेड जरूर देखियो आज वाली, शुरू तो तुहानू पता लग जाएगा की कीता है आपां। चलो जी हुण आ वाला देखो, इस क्वेश्चन तो जवाक डरदे ही इन्ना आउंदे सीगे कि यार सानू डिग्री किवें कढीए असीं, हुण सानू ये भी नहीं पता लगना साइन कोस टेन कोट की है। आ देखो कहंदा एक मूरत विच एक खंबे, आ खंबा है मान लेने आ, इस खंबे का परछावां भावें इधर पा दो भावें इधर पा दो, गल एक ही है, परछावां पाउणा है, परछावां थल्ले ही पैंदा जमीन ते। परछावें दी लंबाई की क्या उन्हें, परछावें दी जिहड़ी लंबाई है वो खंबे दी ऊंचाई दा, खंबे दी ऊंचाई आ हुंदी है ना, तो खंबे दी ऊंचाई दा √3 गुणा है। ਇਹਦਾ मतलब समझ आया मैं तुहानू की कहना चाहना कि एक खंबे दी जिहड़ी परछाई है ना वो लंबाई दा √3 गुणा है। अगर मैं कहां कि लंबाई, क्वेश्चन शो नहीं हो रहा, दस्यो भी सारे जने एक बारी कि क्वेश्चन शो नहीं हो रहा। गुनगुन जी हो रहा है, सारे हो रहा है जी। गुनगुन जी तुसी एक बारी लीव करके दोबारा ज्वाइन करो। चलो हुण अगर मैं खंबे की लंबाई 1 मान ला, अगर मैं खंबे की लंबाई 1 मान ला तो खंबे की परछाई की लंबाई की हो जाएगी?
√3 गुणा हो जाएगी, क्योंकि उन्हें की किया, एक खंबे दी परछावें दी लंबाई खंबे दी लंबाई दा, खंबे दी लंबाई कितनी है, 1 है, तो खंबे दी लंबाई ਨੂੰ ਮੈਂ 1 ਮੰਨਿਆ ਤੇ ਪਰਛਾਵਾਂ ਕੀ ਹੋ ਗਿਆ 1 √3, ਯਾਨੀ √3 ਹੀ ਕਹਿ ਦਿੰਨੇ ਆ। ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆ 90 ਦੀ ਵੈਲਿਊ ਹੁੰਦੀ ਹੈ, ਆ ਕਿਹਦੀ ਵੈਲਿਊ ਹੁੰਦੀ ਹੈ 90 ਦੀ ਵੈਲਿਊ, ਆ 30 ਦੀ ਵੈਲਿਊ ਹੁੰਦੀ ਹੈ, ਕਿਉਂਕਿ 30 ਦੇ ਸਾਹਮਣੇ ਹੀ ਕੀ ਹੁੰਦਾ ਹੈ 1 ਹੁੰਦਾ ਹੈ, ਔਰ ਆ ਕੀ ਹੈ 60, ਔਰ ਆ 60 ਦੇ ਸਾਹਮਣੇ ਹੈ। ਹੁਣ ਇਹਨੇ ਕੁਐਸਚਨ ਕੀ ਪੁੱਛਿਆ ਹੈ, फाइंड द एंगल ऑफ एलिवेशन, तो एलिवेशन 60 डिग्री का नहीं गा भाई, एलिवेशन कितने डिग्री का है 30 डिग्री का है, क्योंकि थल्ले बनता है एलिवेशन। आंसर की आएगा ए ऑप्शन। मैं फिर कह रहा वहां आंसर ਤੁਹਾਡਾ ਕੀ आएगा, ਉਹਨੇ कौन पूछा है, तो 30 ਦੇ ਸਾਹਮਣੇ 1 ਹੁੰਦਾ है, 60 ਦੇ ਸਾਹਮਣੇ √3 ਹੁੰਦਾ है। दसो जी, मजा आ गया। 87 स्टूडेंट्स लाइव बैठे ने, मजा आ चुका है कि नहीं आ चुका है? जे मजा नहीं आया तो फिर भाई अज अज दे जिहड़े टिकट दे तुसीं पैसे लए आ, सॉरी फॉर दैट। हाँ जी, रिपीट कर देने। हाँ जी बिल्कुल, जे डिप्रैशन पूछता तो 60 होना सीगा। एक बार फिर तो रिपीट कर देने जी आ वाला क्वेश्चन देखो। हाँ जी चलो जी, हुण आ अपने कोले 30 है, ये अपने कोले 60 है। मैं की किया देखो, दोबारा फिर देख लो इस क्वेश्चन दे विच इहने की किया है। हुण इहने किया एक मूरत विच एक खंबे दे परछावें दी लंबाई खंबे दी ऊंचाई दा √3 गुणा है। अगर खंबे दी ऊंचाई 1 मन्नी मैं तो ओदी परछावां तां √3 गुणा होएगा कि नहीं होएगा, क्योंकि आप एवें कहांगे जे मान लो इनू क्या आप 50 तो इनू की कहांगे 50 √3 ही तो कहांगे भी। जे मैं खंबे दी लंबाई 50 मान ली तो इन वॉइस नहीं आ रही है, एक बार चेक करो जी, वॉइस आ रही है? कोई नेटवर्क इशू आ गया होएगा फिर। ओह नेटवर्क भी लगता डर गया होना भी यार, एवें भी हो सकता है टॉपिक। चलो अगे देखो जी, हुण देखो आ वाला क्वेश्चन इन्हें की किया। हाँ मेरे तो सारे डरते हैं। देखो 24 मीटर अते 36 मीटर की ऊंचाई वाले दो खंबे, एक मिनट ये वाला भी चलो मैं करा के दिखाना। कहता है कि एक 24 मीटर और एक 36 मीटर, ठीक है ना। ये क्वेश्चन थोड़ा जा लैवल तो उपर है, हुण जेड़ा मैं करवाया उस तो थोड़ा जा मैं उपर दे रहा हूँ, तुहानूं दस रहा कि एवें भी असीं कर सकते हैं बड़ी जल्दी जे सानूं ट्रिक आउंदी है। रूल नंबर 1, रूल नंबर 2, 24 मीटर आ लिख दिंने जी आप 24 मीटर की, 36 मीटर ऊंचाई वाले दो खंबियां दा आ लो जी, आ कितना है 36 मीटर पूरा। अगर आ 36 है तो मैं एक काम करदा, क्यों ना इनू भी 24 कह दा, इना इना कह देना 24, इना इना कह देना 12। तो आपां नूं पता लग गया कि आ 24 है पूरे का पूरा और आ कितना है पूरे का पूरा 24 ते 12। समझ आया कि नहीं आया सारिਆਂ ਨੂੰ? 24 मीटर ਅਤੇ 36 मीटर की ऊंचाई वाले दो खंबियां ਦਾ शिखर एक तार नाल जुड़िया होया है, यानी आ शिखर इस शिखर दे नाल जुड़िया होया है। लो जी, इज दैट क्लीयर? तार नाल जुड़िया होया है। जेकर तार होरीजेंटल नाल 60 डिग्री का कोण बनावे, जेकर तार जेड़ा है होरीजेंटल दे नाल केड़ा कोण बनावे, होरीजेंटल मतलब आ वाले नाल इहदे नाल 60 डिग्री का कोण बनावे, यानी आ वाला कोण 60 डिग्री का है। अगर जे आ 60 डिग्री है तो फिर आ कितना होया 90,
ਔਰ ਆ ਕਿੰਨਾ ਹੋਇਆ 30 ਔਰ ਇਹਨੂੰ ਵੀ ਜੋੜ ਦਿੰਨੇ ਆ। ਹੁਣ ਤੁਹਾਨੂੰ ਸਭ ਨੂੰ ਪਤਾ ਲੱਗ ਗਿਆ ਕਿ ਆ 24 ਹੈ, ਆ ਵੀ 24 ਹੈ, ਆ 12 ਹੈ, ਤਾਂ ਆਪਾਂ ਆ ਵਾਲੀ ਰਕਮ ਕੱਢ ਸਕਦੇ ਹਾਂ। ਔਰ ਉਹਨੇ ਪੁੱਛਿਆ ਤਾਰ ਦੀ ਲੰਬਾਈ, ਤਾਂ ਕਿਉਂ ਨਾ ਫਿਰ ਅਸੀਂ ਡਾਇਰੈਕਟ ਆ ਵੀ ਤਾਂ ਕੱਢ ਸਕਦੇ ਹਾਂ, ਕਿਉਂਕਿ ਤਾਰ ਤਾਂ ਆਹੀ ਹੈ ਔਰ ਤਾਰ ਕਿਹਦੇ ਸਾਹਮਣੇ 90 ਦੇ ਸਾਹਮਣੇ ਹੈ ਨਾ। ਔਰ ਸਾਨੂੰ ਕਿਹਦੇ ਸਾਹਮਣੇ ਦੇ ਰੱਖੀ ਹੈ 60 ਦੇ ਸਾਹਮਣੇ, ਤੇ 60 ਦੇ ਸਾਹਮਣੇ ਕਿੰਨਾ ਦੇ ਰੱਖਿਆ ਹੈ 12। ਆ ਲੋ ਜੀ। ਔਰ 60 ਦੇ ਸਾਹਮਣੇ ਅਗਰ ਸਾਨੂੰ 12 ਦੇ ਰੱਖਿਆ ਤਾਂ 12 ਕਿਹਦੀ ਵੈਲਿਊ ਹੋਈ √3 ਦੀ ਵੈਲਿਊ ਹੋਈ। ਅਗਰ 12 √3 ਦੀ ਵੈਲਿਊ ਹੋਈ ਤਾਂ 90 ਦੇ ਸਾਹਮਣੇ ਕੀ ਹੁੰਦੀ ਹੈ ਜੀ 2 ਹੁੰਦੀ ਹੈ, ਯਾਨੀ ਸਾਨੂੰ 2 ਦੀ ਵੈਲਿਊ ਚਾਹੀਦੀ ਹੈ, ਤਾਂ ਗੁਣਾ ਚਲਾ ਦੋ, ਕਿੰਨਾ ਆ ਗਿਆ 24/√3 ਆ ਗਿਆ। ਹੁਣ ਬੱਚਾ ਕਹਿੰਦਾ ਸਰ 24/√3 ਤਾਂ ਆਪਸ਼ਨ 'ਚ ਹੈ ਹੀ ਨਹੀਂ। ਅਗਰ 24/√3 ਆਪਸ਼ਨ 'ਚ ਨਹੀਂ ਹੈ, ਤੁਹਾਨੂੰ ਸਾਰਿਆਂ ਨੂੰ ਰੀਅਲ ਨੰਬਰ ਦੇ ਵਿੱਚ ਜਾਂ ਪੀਐਚ ਟੈਟ ਦੇ ਵਿੱਚ ਨੰਬਰ ਸਿਸਟਮ ਵਿੱਚ ਸਿਖਾਇਆ ਹੋਏਗਾ, ਜਦੋਂ ਥੱਲੇ ਵਾਲੇ ਦਾ ਰੂਟ ਕੱਟਣਾ ਹੋਵੇ ਤਾਂ ਇਹਨੂੰ ਉੱਪਰ ਨੀਚੇ ਰੂਟ ਨਾਲ ਮਲਟੀਪਲਾਈ ਕਰ ਦਿੰਦੇ ਆ ਉਸੇ ਰਕਮ ਨਾਲ, ਜੇ ਰੂਟ ਨਾਲ ਰੂਟ ਕੱਟਣਾ ਹੋਵੇ ਤਾਂ ਆਪਾਂ ਨੂੰ ਪਤਾ ਲੱਗ ਗਿਆ, ਮੈਂ ਇਸੇ ਥੱਲੇ ਵਾਲੀ ਰੂਟ ਨੂੰ ਉੱਪਰ ਥੱਲੇ ਸੇਮ ਲਿਖਤਾ। ਹੁਣ 24 ਨੂੰ √3 ਨਾਲ ਗੁਣਾ ਕਰਾਂਗੇ ਤਾਂ ਕੀ ਆਏਗਾ 24 × √3। ਔਰ ਇਹ ਵੀ ਤੁਹਾਨੂੰ ਪਤਾ ਹੋਏਗਾ ਕਿ √3 ਨੂੰ √3 ਨਾਲ ਜਦੋਂ ਮਲਟੀਪਲਾਈ ਕਰਦੇ ਆ ਤਾਂ ਕੀ ਹੁੰਦਾ ਹੈ, ਇੱਕ ਵਾਰੀ ਦੱਸਿਓ ਸਾਰੇ ਜਣੇ, ਜਿਨ੍ਹਾਂ ਨੂੰ ਪਤਾ ਹੈ ਠੀਕ ਹੈ, ਜਿਨ੍ਹਾਂ ਨੂੰ ਨਹੀਂ ਪਤਾ ਉਹ ਵੀ ਦੱਸੋ ਫਟਾਫਟ। √3 ਨੂੰ √3 ਨਾਲ ਮਲਟੀਪਲਾਈ ਕਰਾਂਗੇ ਤਾਂ ਕੀ ਆਏਗਾ ਯੈਸ, ਕਿਉਂਕਿ ਆ ਦੇਖੋ ਇੱਥੇ ਸਿੱਖਣ ਵਾਲੀ ਚੀਜ਼ ਹੈ, ਰੂਟ ਦਾ ਮਤਲਬ ਹੁੰਦਾ ਹੈ ਹਾਫ, ਰੂਟ ਦਾ ਮਤਲਬ ਕੀ ਹੁੰਦਾ ਹੈ ਹਾਫ, ਤਾਂ ਮੈਂ a ਦੇ ਉੱਪਰ ਹਾਫ ਲਾ ਦਿੱਤਾ, ਮੰਨ ਲਓ ਇਧਰ ਵੀ ਦੇਖੋ a ਦੇ ਉੱਪਰ ਕੀ ਹੈ ਹਾਫ, ਕਿਉਂਕਿ ਰੂਟ ਹੈ। ਤਾਂ ਤੁਹਾਨੂੰ ਯਾਦ ਹੋਏਗਾ ਜਦੋਂ ਆ ਚੀਜ਼ ਸੇਮ ਹੋਵੇ, ਬੇਸ ਸੇਮ ਹੋਵੇ, ਤਾਂ ਜਿਹੜੀ ਪਾਵਰ ਹੁੰਦੀ ਹੈ ਉਹ ਜੁੜ ਜਾਂਦੀ ਹੈ, ਤਾਂ a ਦੀ ਪਾਵਰ 1.5 ਪਲੱਸ ਹਾਫ, ਤਾਂ ਹਾਫ ਕੀ ਹੋ ਜਾਏਗਾ 1, ਤਾਂ a ਦੀ ਪਾਵਰ 1 ਬਣੇਗੀ ਨਾ। ਉਸੇ ਤਰ੍ਹਾਂ √3 ਨੂੰ ਜਦੋਂ √3 ਨਾਲ ਗੁਣਾ ਕਰਾਂਗੇ ਤਾਂ ਕੀ ਬਣ ਜਾਏਗਾ, ਆ ਅੰਦਰ ਵਾਲਾ ਬਾਹਰ ਆ ਜਾਏਗਾ, ਇੱਥੇ 3 ਲਾ ਦੋ, ਇਹਨੂੰ ਕੱਟ ਦੋ, ਤਾਂ ਕੀ ਆंसर ਆਇਆ 8√3 ਮੀਟਰ ਆ ਗਿਆ। ਦੱਸੋ ਜੀ ਯੈਸ, ਬੇਸ ਸੇਮ ਪਾਵਰ ਐਡ, ਬਿਲकुल। ਬਾਕੀ ਸਾਰਾ ਕੁਝ ਨੰਬਰ ਸਿਸਟਮ ਵਿੱਚ ਆਏਗਾ ਤੁਹਾਡੇ ਪਹਿਲੇ ਟੌਪਿਕ 'ਚ। ਮਜ਼ਾ ਆ ਗਿਆ ਕਿ ਨਹੀਂ ਆ ਗਿਆ? अरे बहुत समय अपने पास, नो टेंशन। लो जी, हुण अगला क्वेश्चन देखो, अगले क्वेश्चन च की क्या है ने किसी दे वास्ते ਇਹੋ जी गल तो नहीं है ना पूरे घंटे दे विच कि ये कैसा कुआ खोदा है ना टापा जाता है ना लांगा जाता है। हाँ, ऐसा कैसा कुआ खपाटा है कि ना लांगा जाता है ना टापा जाता है, ਇਹੋ जी गल तो नहीं है ना। हाँ जी हाँ जी, ऑनलाइन क्लास मैथ करवावांगे, नो टेंशन। ओके ओके, थैंक यू। यस यस बिल्कुल। चलो क्वेश्चन देखो, अगले वाले सर ਨੂੰ ਆਪਾਂ ਥੋੜੀ ਜਿਹੀ ਗੁਜ਼ਾਰਿਸ਼ ਕਰ ਲੈਣੇ ਆ ਕਿ ਸਰ ਸਾਨੂੰ 5 ਮਿੰਟ ਦਿਓ ਐਕਸਟਰਾ। ਹਾਂਜੀ ਦੇਖੋ, ਇੱਕ ਤੂਫਾਨ ਦੇ ਵਿਰੁੱਧ, ਹੁਣ ਬੜੇ ਧਿਆਨ ਨਾਲ ਦੇਖੋ, ਇਹ ਵੀ ਲੈਵਲ ਦਾ ਕੁਐਸਚਨ ਹੈ, ਇਹ ਵੀ ਪੇਪਰ ਚ ਆਇਆ ਹੋਇਆ ਔਰ ਤੁਹਾਨੂੰ ਪਤਾ ਲੱਗੇਗਾ ਕਿ ਯਾਰ ਇਹ ਐਵੇਂ ਵੀ ਹੋ ਸਕਦਾ ਸੀਗਾ ਕੁਐਸਚਨ, ਅਸੀਂ ਤਾਂ ਐਵੇਂ ਸਾਈਨ ਕੋਸ ਟੈਨ ਕੋਟ ਲਾ ਰਹੇ ਸੀਗੇ। ਦੇਖੋ ਲਾਉਣਾ ਇੱਕ ਹੀ ਤਰੀਕਾ ਹੈ, 30 60 90 45 45 90। ਇੱਕ ਤੂਫਾਨ ਦੇ ਵਿਰੁੱਧ ਇੱਕ ਬਿੰਦੂ ਤੋਂ ਇੱਕ ਟੈਲੀਗ੍ਰਾਫ ਪੋਸਟ ਟੁੱਟ ਜਾਂਦੀ ਹੈ, ਟੈਲੀਗ੍ਰਾਫ ਪੋਸਟ ਕੀ ਹੋ ਜਾਂਦੀ ਹੈ ਟੁੱਟ ਜਾਂਦੀ ਹੈ, ਠੀਕ ਹੈ ਜੀ। ਅਤੇ ਇਸ ਦਾ ਹੁਣ ਦੇਖੋ ਆਪਾਂ ਕਹਿੰਦੇ ਆ ਕਿ ਆ ਇੱਕ ਖੰਭਾ ਸੀ, ਖੰਭੇ ਨੂੰ ਥੋੜਾ ਸਾਈਡ ਤੇ ਕਰੀਏ, ਪਹਿਲਾਂ ਆਪਾਂ ਵਿਚਾਲੇ ਆ ਗਿਆ ਸੜਕ ਦੇ, ਆ ਰਿਹਾ ਖੰਭਾ। ਇੱਕ ਤੂਫਾਨ ਦੇ ਵਿਰੁੱਧ ਇੱਕ ਬਿੰਦੂ ਦੇ ਇੱਕ ਟੈਲੀਗ੍ਰਾਫ ਪੋਸਟ ਟੁੱਟ ਜਾਂਦੀ ਹੈ, ਮੰਨ ਲਓ ਕਿ ਟੈਲੀਗ੍ਰਾਫ ਪੋਸਟ ਇੱਥੋਂ ਟੁੱਟ ਗਿਆ, ਆ ਟੁੱਟ ਗਿਆ, ਮੰਨ ਲਓ ਸਪੋਜ਼ ਦੈਟ, ਪਰ ਇਹ ਨਹੀਂ ਪਤਾ ਕਿ ਜਮਾ ਵਿਚਾਲਿਓਂ ਟੁੱਟਿਆ, ਇਹ ਨਹੀਂ ਦੱਸਿਆ ਉਹਨੇ ਆਪਾਂ ਨੂੰ। ਅੱਗੇ ਪੋਸਟ ਟੁੱਟ ਜਾਂਦੀ ਹੈ ਅਤੇ ਇਸ ਦਾ ਸ਼ਿਖਰ, ਸ਼ਿਖਰ ਤਾਂ ਆ ਰਿਹਾ ਜੀ ਪੋਸਟ ਦਾ, ਇਸ ਦਾ ਸ਼ਿਖਰ ਪੋਸਟ ਦੇ ਆਧਾਰ ਤੋਂ 20 ਮੀਟਰ ਦੀ ਦੂਰੀ ਤੇ ਜਾ ਕੇ ਜ਼ਮੀਨ ਦੇ ਨਾਲ ਖਹਿ ਜਾਂਦਾ ਹੈ। ਆ ਲੋ ਜੀ, ਆ ਟੁੱਟ ਗਿਆ, ਇੱਥੋਂ ਟੁੱਟਿਆ, ਹੁਣ ਇੱਥੋਂ ਟੁੱਟਿਆ ਤਾਂ ਐਵੇਂ ਡਿੱਗਿਆ ਹੋਏਗਾ, ਡਿੱਗ ਗਿਆ ਜੀ, ਆ ਲੋ ਡਿਗਾ ਦਿੱਤਾ ਆਪਾਂ, ਔਰ ਆ ਜ਼ਮੀਨ ਤੋਂ ਕਿੰਨੇ ਮੀਟਰ ਦੂਰ ਡਿੱਗਿਆ 20 ਮੀਟਰ ਦੂਰ। ਇੱਥੋਂ ਤੱਕ ਦੱਸੋ ਡਾਇਗਰਾਮ ਸਮਝ ਆਇਆ ਕਿ ਨਹੀਂ ਆਇਆ ਸਾਰਿਆਂ ਨੂੰ?
यस और नो? वेरी गुड। भी पोस्ट इथों टुटिया डिग गया थले। हुण अगे देखो, जमीन नाल 30 डिग्री का कोण बनाउंदा है, यानी कि आ वाला जेड़ा कोण है ये 30 डिग्री का है। हुण अगर आ वाला 30 का है तो आ तो पता ही है फिक्स है 90 है, तो आ वाला कितना होया 60 होया। हुण ध्यान नाल वेखियो सारे जने, बड़े ध्यान नाल। उन्हें पूछा है पोस्ट की ऊंचाई कितनी होएगी। पोस्ट की, प्लीज भी जेडे आंसर दे रहे हैं प्लीज एक बार क्वेश्चन पूरा पढ़ो। अगे देखो, हुण उन्हें पूछा पोस्ट की ऊंचाई की होएगी, तो नैचुरल जी गल है खंबा तो इथों लेके इथों तक लंबा सी ना, पर अपने कोले तक पोस्ट की ऊंचाई आएगी सिर्फ इन्नी इन्नी। पर आपां नूं यह भी पता है कि आ जिहड़ा इथों टुट के डिग्या सी वो हिस्सा इधर डिग्या सी, यानी आ वाला जिहड़ा पूरा खंबा सी वो पूरा खंबा हुण एवें है, एवें पिया है पूरा खंबा। तो ਇਹਦਾ मतलब है अगर मैं इनू एच कह दा और इनू कह देना एक्स, तो ਇਹਦਾ मतलब है मेनू एग्जामिनर की पूछ रहा है, मेनू एग्जामिनर पूछ रहा है एच प्लस एक्स, यानी मेनू एग्जामिनर कह रहा है कि एच प्लस एक्स की वैल्यू दसो। आई गल समझ? ठीक है जी। हुण देखो अगे, तो आपां नूं पता है कि सर साडे कोले एच की वैल्यू नहीं है, पर आपां कढ सकते हैं। किवें कढ सकते हैं? देखो ध्यान नाल, 60 के सामने की है v, और सानू पता है जी v√3 की वैल्यू है। वॉइस क्लियर नहीं है, इंजीनियर निशा जी कह रहे ने, तो इंजीनियर जी प्लीज ध्यान नाल लीव करके दोबारा आ जाओ क्लास दे विच। वॉइस बिल्कुल क्लियर है। देखो 60 के सामने कितना है v, आपां नूं पता है 60 के सामने v है, और अगर 60 के सामने v है तो हाँ जी 60 के सामने की है v, आपां नूं पता है v केड़ी वैल्यू है, √3 की वैल्यू है, क्योंकि 60 के सामने √3 होंदा है। हुण जदों 60 के सामने √3 है तो v√3 की वैल्यू है, और सानू 30 के सामने चाहिए है पहला एक बारी, तो 30 के सामने की होंदी है 1, यानी आ गया v/√3, फिर प्लस कर दो। हुण x की वैल्यू चाहिए है, फिर वही आ जाओ कि v जिहड़ा है वो √3 की वैल्यू है, लेकिन 90 के सामने की होंदी है 2 की वैल्यू इंटू 2। आया समझ? क्योंकि आपां नूं आ वाली चाहिए है, 90 के सामने की होंदी है 2, तो आ हो गया 40/√3। आ लो जी, हो गया 40/√3। हुण आपां नूं पता लग गया कि साडे कोले 20/√3 ਤਾਂ h ਦਾ मान है, और x ਦਾ मान कितना आया 40/√3। इनू जोड़ना ही तो है असी। हुण थल्ले वाली चीज जदों सेम होंदी है तो अपना एलसीएम भी वही हुंदा है, ऊपर भी वही चीज आ जाएगी 20 + 40। ये कितना आ गया? ये आ गया 60/√3। कितना आ गया 60/√3। और तुहानू पता है हुणे सिखाया कि रूट जदों कैंसिल करना होवे तो ऊपर थल्ले सेम नाल मल्टीप्लाई कर दो, तो थल्ले की आ गया 60√3 डिवाइड बाय 3, कितना आ गया 20√3 आ गया। हाँ जी समझ आ गया कि नहीं आया? फटाफट दसो। हुण शायद तुहानू पता लग गया होना कि वड्डे तो वड्डा क्वेश्चन ते छोटे तो छोटा क्वेश्चन इसे ते ही डिपेंड करेगा, इसी चीज ते डिपेंड करेगा। बिल्कुल जी रिपीट कर देने बस। टाइम हो चुके हैं अपनी नेक्स्ट क्लास का भी, 6:02 हो चुके हैं। हाँ जी देखो, आपा की कीता, अपने कोले साफ साफ उन्हें कह रखा है क्वेश्चन दे विच कि मेरा जिहड़ा आ वाला खंबा सी इथों टुट के इत्थे डिग गया, तो आपां नूं पता लग गया कि पूरे पूरे दी पूरी आ की सीगी, ए सीगी पोल दी ऊंचाई। हुण जिहड़ी पोल दी ऊंचाई है साडे कोले h है, पर आपां नूं पता जो टुट के डिग गया तो आ x इधर डिग गया, तो h + x की वैल्यू होई ना आ वाली, तो h आ रहा x आ रहा। हुण h की वैल्यू अगर सानू चाहिए है तो देखो ध्यान नाल,
60 ਦੇ ਸਾਹਮਣੇ 20 ਦੇ ਰੱਖਿਆ ਔਰ 20 ਕਿਹਦੀ ਵੈਲਿਊ ਹੈ √3 ਦੀ, ਤਾਂ 20 √3 ਦੀ ਵੈਲਿਊ ਹੈ ਤਾਂ 1 ਦੀ ਵੈਲਿਊ ਕੀ ਹੋਏਗੀ, 1 ਦੀ ਵੈਲਿਊ ਕੀ ਹੋਏਗੀ, ਆਪਾਂ ਆ ਕੱਢ ਲਈ ਕਿਉਂਕਿ 30 ਦੇ ਸਾਹਮਣੇ 1 ਹੁੰਦਾ ਹੈ। ਔਰ ਅਗਰ ਆਪਾਂ ਨੂੰ ਪਤਾ ਹੈ ਕਿ 60 ਦੇ ਸਾਹਮਣੇ 20 ਹੈ ਤਾਂ √3 ਦੀ ਵੈਲਿਊ ਹੈ, ਲੇਕਿਨ ਸਾਨੂੰ ਕਿਹਦੀ ਵੈਲਿਊ ਚਾਹੀਦੀ ਹੈ 90 ਦੀ ਵੈਲਿਊ, ਤਾਂ ਕਿੰਨੀ ਹੈ 2, ਕਿਤੇ ਸਾਈਨ ਕੋਸ tan ਨਹੀਂ ਲਾਉਣਾ। ਆ ਹੋ ਗਿਆ 20/√3, ਥੱਲੇ ਹੋ ਗਿਆ 40/√3। ਠੀਕ ਹੈ ਜੀ, ਇਹਨਾਂ ਨੂੰ ਪਲੱਸ ਕਰ ਲਓ, ਬਸ ਆਨਸਰ ਆ ਗਿਆ, ਗੱਲ ਖਤਮ। ਚਲੋ ਜੀ, ਹੁਣ ਫਟਾਫਟ ਕੁਐਸਚਨ ਪੁੱਛੂੰਗਾ, ਫਟਾਫਟ ਤੁਹਾਡਾ ਜਵਾਬ ਹੋਣਾ ਚਾਹੀਦਾ ਹੈ। ਸਿਰਫ 5 ਮਿੰਟ ਲਏ ਆਪਾਂ ਸਰ ਕੋਲੋਂ, 3 ਮਿੰਟ ਹੈ ਆਪਣੇ ਕੋਲੇ। ਇਸ ਕੁਐਸਚਨ ਦਾ ਜਵਾਬ ਦੇਖੋ ਕੀ ਆਏਗਾ ਫਾਸਟ। ਹਾਂਜੀ, ਵੈਰੀ ਗੁੱਡ ਵੈਰੀ ਗੁੱਡ, ਫਟਾਫਟ ਦੇਖੋ। ਹੁਣ ਦੇਖੋ ਇੱਥੇ ਵੀ ਉਹੀ ਚੀਜ਼, ਵੈਰੀ ਗੁੱਡ, ਸੀ ਆंसर ਆ ਚੁੱਕੇ ਜੀ, ਬਹੁਤ ਵੱਧ ਰੁਝਾਨ ਹੋਣੇ ਚਾਲੂ ਹੋ ਚੁੱਕੇ ਨੇ, ਲੱਗਦਾ ਹੈ ਵੋਟਾਂ ਵਿੱਚ ਖੜਾ ਹੋਊਗਾ। ਚਲੋ ਹੁਣ ਦੇਖੋ 50√3 एक खंबे ਦੇ आधार, आ लो जी, 50√3 एक खंबे के आधार से 50 मीटर की दूरी पर 50 मीटर की दूरी पर किनारे का उन्नयन कोण क्या होगा, ए पूछा है इन्हें। 50√3 उच्चे, अच्छा ए 50√3 है भी, सॉरी हिंदी च गलत पढ़ लिया मैं। 50√3 उच्चा खंबा है, ध्यान रखियो, ठीक है ना। 50√3 उच्चा खंबा है और 50 मीटर उच्चा की है साडा आ दूरी है। ਹੁਣ ਆਪਾਂ ਨੂੰ ਪਤਾ ਹੈ √3 ਕਿਹਦੇ ਸਾਹਮਣੇ, ਆ ਕੱਟ ਦੋ ਕਿਉਂਕਿ ਇਹ ਕੱਟ ਗਿਆ ਪੂਰਾ ਪੂਰਾ। √3 ਕਿਹਦੇ ਸਾਹਮਣੇ ਹੈ 60 ਦੇ ਸਾਹਮਣੇ, √3 ਕਿਹਦੇ ਸਾਹਮਣੇ ਹੈ 60 ਦੇ ਸਾਹਮਣੇ, ਔਰ ਆ ਕੀ ਹੈ 90 ਔਰ ਆ ਕੀ ਹੈ 30, ਕਿਉਂਕਿ 30 ਦੇ ਸਾਹਮਣੇ ਇੱਕ ਹੁੰਦਾ ਹੈ। ਸਾਡਾ ਜਿਹੜਾ ਆਨਸਰ ਆਏਗਾ ਉਹ ਆਏਗਾ 60 ਡਿਗਰੀ, ਇਹ ਆਪਸ਼ਨ ਆਏਗਾ। ਇਹ ਕਿਹਦਾ ਆਇਆ, ਕਿਸੇ ਦਾ ਨਹੀਂ ਆਇਆ, ਮੈਨੂੰ ਪਤਾ ਸੀ ਗਲਤ ਕਰੂੰਗੇ, ਮੈਨੂੰ ਪਤਾ ਸੀ ਗਲਤ ਕਰੂੰਗੇ। ਇਹਨੇ ਦਿੱਤਾ ਹੋਇਆ ਹੈ 50√3 ਉੱਚੇ ਕਿਸੇ ਖੰਬੇ ਤੋਂ, ਇਹਦਾ ਮਤਲਬ ਹੈ 50√3 ਉੱਚਾ। ਹਾਂ ਸਟੇਟਮੈਂਟ ਨਹੀਂ, ਮੈਨੂੰ ਖੁਦ ਨੂੰ ਹਿੰਦੀ ਮੈਂ ਗਲਤ ਪੜ੍ਹ ਲਈ ਸੀ, ਹਿੰਦੀ ਗਲਤ ਹੈ ਪਰ ਪੰਜਾਬੀ ਬਿਲਕੁਲ ਸਹੀ ਹੈ। ਦੁਬਾਰਾ ਫਿਰ ਦੇਖ ਲਓ, ਇਹਨੇ ਕਿਹਾ 50√3 ਉੱਚਾ ਕੋਈ ਖੰਭਾ, ਆ 50√3 ਉੱਚਾ ਕੋਈ ਖੰਭਾ ਹੈ, ਉਹਦਾ ਜਿਹੜਾ ਆਧਾਰ ਹੈ ਉਹ 50 ਮੀਟਰ ਦੂਰੀ ਤੇ ਸਥਿਤ ਹੈ। ਤਾਂ ਆਪਾਂ ਨੂੰ ਪਤਾ ਹੈ 50 ਏਕਮ 50 50 ਏਕਮ 50। ਹੁਣ ਆ √3 ਕਿਹਦੇ ਸਾਹਮਣੇ ਹੁੰਦਾ ਹੈ 60 ਦੇ ਸਾਹਮਣੇ, ਤਾਂ ਬਸ ਕੋਣ ਕੀ ਆ ਗਿਆ 60 ਡਿਗਰੀ। ਕਲੀਅਰ ਹੈ ਜੀ ਸਾਰਿਆਂ ਨੂੰ। ਬਸ ਲਾਸਟ ਐਂਡ ਫਾਈਨਲ ਕੁਐਸਚਨ ਅੱਜ ਦਾ, ਲਾਸਟ ਐਂਡ ਫਾਈਨਲ ਕੁਐਸਚਨ। ਇੱਕ ਮੀਨਾਰ ਦੇ ਆਧਾਰ, ਕਿਸੇ ਮੀਨਾਰ ਦੇ ਆਧਾਰ ਤੋਂ 30 ਮੀਟਰ ਦੀ ਦੂਰੀ, ਆ ਮੀਨਾਰ ਹੈ, ਆ 30 ਮੀਟਰ ਹੈ, ਠੀਕ ਹੈ ਜੀ। 30 ਮੀਟਰ ਦੀ ਦੂਰੀ ਤੇ ਉਹਦਾ ਜਿਹੜਾ ਕੋਣ ਹੈ 45 ਡਿਗਰੀ ਹੈ, ਯਾਨੀ ਆਹ ਵਾਲਾ ਕੋਣ 45 ਡਿਗਰੀ ਹੈ ਜੀ। ਤਾਂ ਆਪਾਂ ਨੂੰ ਪਤਾ ਇੱਥੇ ਵੀ 45 ਆਏਗਾ, ਇੱਥੇ ਵੀ 90 ਆਏਗਾ। ਤਾਂ 45 ਦੇ ਸਾਹਮਣੇ ਅਗਰ ਆਹ 30 ਹੈ ਤਾਂ 30 ਕਿਹਦੀ ਵੈਲਿਊ ਹੁੰਦੀ ਹੈ 1 ਦੀ, ਔਰ ਸਾਨੂੰ ਵੀ 45 ਦੇ ਸਾਹਮਣੇ ਹੀ ਚਾਹੀਦੀ ਹੈ, ਤਾਂ 1 ਦੀ ਵੈਲਿਊ ਕੀ ਹੋਏਗੀ 30। ਚੱਕੋ ਜੀ ਆਨਸਰ ਆ ਗਿਆ। ਬਾਕੀ ਕਰਾਂਗੇ ਕੱਲ ਤਾਂ ਨਹੀਂ, ਸ਼ਾਇਦ ਮੈਨੂੰ ਲੱਗਦਾ ਸੋਮਵਾਰ ਲੱਗੇਗੀ ਕਲਾਸ, ਤੁਹਾਡੀ ਡੈਮੋ ਚੱਲ ਰਹੀ ਨਾ ਅੱਜ ਦਾ। ਹਾਂ ਔਰ ਇੱਕ ਬਈ ਸਾਰਿਆਂ ਨੂੰ ਇੱਕ ਹੀ ਗੱਲ ਕਹੂੰਗਾ ਮੈਂ ਕਿ ਅਗਰ ਤੁਹਾਨੂੰ ਕਲਾਸ ਪਸੰਦ ਹੈ ਔਰ ਟੈਨਸ਼ਨ ਨਾ ਲਓ, ਜਿਹੋ ਜੀ ਕਲਾਸ ਅੱਜ ਤੁਹਾਨੂੰ ਸ਼ੁਰੂਆਤ ਕੀਤੀ ਹੈ ਇਹਵੇਂ ਦੀ ਹੀ ਲਾਸਟ ਤੱਕ ਰਹੇਗੀ। ਔਰ ਸ਼ਾਇਦ ਤੁਹਾਨੂੰ ਇੱਕ ਗੱਲ ਮਹਿਸੂਸ ਹੋ ਰਹੀ ਹੋਏਗੀ, ਕੋਈ ਵੀ, ਮੈਂ ਕਿਸੇ ਦੀ ਬੁਰਾਈ ਨਹੀਂ ਕਰਨਾ ਚਾਹੁੰਦਾ, ਕੋਈ ਵੀ ਇਸ ਟੌਪਿਕ ਨੂੰ ਸ਼ੁਰੂਆਤ ਤੋਂ ਨਹੀਂ ਕਰਵਾਉਂਦਾ। ਆਈ ਹੋਪ ਸੋ ਸਭ ਨੂੰ ਪਤਾ ਹੋਏਗਾ, ਕੋਈ ਵੀ ਟੀਚਰ ਇਸ ਟੌਪਿਕ ਨੂੰ ਸ਼ੁਰੂਆਤ ਵਿੱਚ ਨਹੀਂ ਚੱਕਦਾ ਹੈ, ਔਰ ਰੀਅਲ ਨੰਬਰ ਜਾਂ ਨੰਬਰ ਸਿਸਟਮ ਸ਼ੁਰੂਆਤ ਤੋਂ ਚੱਕਦੇ हैं। ਲੇਕਿਨ ਮੈਂ ਤੁਹਾਡੇ ਵਾਸਤੇ ਟ੍ਰਿਗਨੋਮੈਟਰੀ ਚੱਕਿਆ, ਮੈਨੂੰ ਵਿਸ਼ਵਾਸ ਸੀਗਾ ਕਿ ਮੈਂ ਤੁਹਾਨੂੰ ਸਿਖਾ ਸਕਦਾ, ਔਰ ਆਈ ਹੋਪ ਸੋ ਮੈਂ ਸਿਖਾ ਚੁੱਕਿਆ ਹਾਂ ਤੁਹਾਨੂੰ ਆ ਚੀਜ਼। ਔਰ ਅੱਜ ਡੈਮੋ ਬਿਲਕੁਲ ਓਵਰ ਹੈ। ਜਿਹੜੇ ਜਿਹੜੇ ਬੱਚੇ ਨੇ ਰਜਿਸਟ੍ਰੇਸ਼ਨ ਕਰਵਾਉਣਾ ਹੈ ਵੀ ਉਹ ਆਪਦਾ ਰਜਿਸਟ੍ਰੇਸ਼ਨ ਕਰਵਾ ਲਓ ਇਸ ਦਿੱਤੇ ਹੋਏ ਨੰਬਰ ਤੇ 7301000089। ਥੈਂਕਸ ਟੂ ਆਲ ਸਾਰਿਆਂ ਦਾ। ਓਕੇ ਜੀ, ਪੂਰਾ ਵਿਸ਼ਵਾਸ ਹੈ, ਦੈਟਸ ਇਟ, ਪੂਰਾ ਵਧੀਆ ਕਰਾਵਾਂਗੇ। ਸੋ ਨੈਕਸਟ ਕਲਾਸ ਤੁਹਾਡੀ ਹੁਣੇ ਰਹਿਣ ਵਾਲੀ ਹੈ ਜੀ ਪੰਜਾਬੀ ਦੀ। ਪੰਜਾਬੀ ਦੇ ਜਿਹੜੇ ਮਹਾਰਤ ਨੇ ਉਹਨਾਂ ਦਾ ਨਾਮ ਹੈ ਗੁਰਮੀਤ ਸਰ।
ਸੋ ਗੁਰਮੀਤ ਸਰ ਤੁਹਾਡੇ ਸਾਹਮਣੇ ਪੰਜਾਬੀ ਦੀ ਕਲਾਸ ਲੈ ਕੇ ਆ ਰਹੇ ਨੇ। ਥੈਂਕਸ ਟੂ ਆਲ।